पक्का बंद करा किन्ने उम्र दे ये 6 साल का जी। वाहिगुरू जी का खालसा वाहिगुरू जी की फतेह। फतेह। कलगीधर पातशाह जी की जो महान रचना दसम गुरु ग्रंथ साहिब जी की बाणी, ये शस्त्र विद्या वाली वीर रसी बाणी आ, ਜਿਹੜਾ ਮਹਾਰਾਜ ਨੇ ਵੀ ਆਪਣੇ ਖਾਲਸੇ ਦੇ ਵਿੱਚ ਵੀਰ ਰਸ ਭਰਨ ਦੇ ਲਈ ਯੁੱਧਮਈ ਪ੍ਰਸੰਗ ਰਚ ਰਚ ਕੇ, ਜਿਵੇਂ ਚੰਡੀ ਦੀ ਵਾਰ ਆਦਿਕ ਬਾਣੀਆਂ, ਉਹ ਬਾਰ-ਬਾਰ ਮਹਾਰਾਜ ਨੇ ਯੁੱਧ ਦੇ ਪ੍ਰਸੰਗ ਦੱਸੇ ਆਪਣੇ ਵਿੱਚ, ਵੀ ਯੁੱਧ ਦਾ ਚਾਅ ਹੋਵੇ ਆਪਣੇ ਵਿੱਚ। ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਣਾ ਵੀ ਭਗਤੀ ਦੀ ਪ੍ਰਤੀਕ ਆ ਬਾਣੀ, ਉੱਦਾਂ ਹੀ ਦਸਮ ਦੀ ਬਾਣੀ ਸ਼ਕਤੀ ਦੀ ਪ੍ਰਤੀਕ ਆ। ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਆਪਣਾ ਆਪ ਤਾਂ ਉਹਨਾਂ ਨੇ ਆਪਣੇ ਆਪ ਤੋਂ ਹੀ ਉਹ ਪ੍ਰਕਾਸ਼ ਸੁਤੇ ਸਿੱਧੀ, ਤੇ ਜਿਹੜੀ ਸ਼ਕਤੀ ਉਹਨਾਂ ਤੋਂ ਪ੍ਰਗਟ ਹੋਈ ਆ, ਦੂਜੀ ਉਹਨਾਂ ਨੇ ਕੁਦਰਤ ਸਾਜੀ। ਉਹ ਕੁਦਰਤ ਨੂੰ ਕਹਿ ਦਈਏ ਭਵਾਨੀ, ਕਹਿ ਦਈਏ ਚੰਡੀ, ਕਹਿ ਦਈਏ ਲక్ష్ਮੀ, ਕਹਿ ਦਈਏ, ਉਹ ਸਾਰੇ ਨਾਮ ਉਹਦੇ ਉਹ ਸ਼ਕਤੀ ਦੇ ਹੀ ਆ। ਜਿੱਦਾਂ ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਹੈ, ਉੱਦਾਂ ਹੀ ਉਹਦੀ ਸ਼ਕਤੀ ਦਾ ਵੀ ਕੋਈ ਅੰਤ ਨਹੀਂ ਹੈ। ਸ਼ਕਤੀ ਤੇ ਸ਼ਕਤਾ ਦੋਨੇ ਵੱਖੋ ਵੱਖਰੇ ਨਹੀਂ ਹੈਗੇ, ਸ਼ਕਤੀ ਤੇ ਸ਼ਕਤਾ ਇੱਕੋ ਹੀ ਨੇ। ਜਿਵੇਂ ਆਪਾਂ ਵੀ ਆਪਣੇ ਸਰੀਰ ਦੇ ਵਿੱਚ ਉਹਦੀ ਸ਼ਕਤੀ, ਉਹਦੀ ਜੋਤ ਆ, ਉਹ ਸ਼ਕਤੀ ਆਪਣੇ ਤੋਂ ਬਿਨਾ ਕਿਸੇ ਕੰਮ ਦੀ ਨਹੀਂ, ਆਪਾਂ ਸ਼ਕਤੀ ਤੋਂ ਬਿਨਾ ਕਿਸੇ ਕੰਮ ਦੀ ਨਹੀਂ। ਉਹ ਜੇ ਸ਼ਕਤੀ ਆਪਣੇ ਵਿੱਚੋਂ ਨਿਕਲ ਜੇ ਤਾਂ ਆਪਣਾ ਸਰੀਰ ਖਾਕ ਦੀ ਢੇਰੀ ਆ। ਉਹ ਸ਼ਕਤੀ ਆ ਜਿਹੜੀ, ਉਹੀ ਉਹ ਅਕਾਲ ਪੁਰਖ ਦੀ ਸ਼ਕਤੀ ਆ। ਸਭ ਮਹਿ ਜੋਤ ਜੋਤ ਹੈ ਸੋਏ, ਜੇ ਉਹ ਜੋਤ ਆਪਣਾ ਨਿਕਲ ਜੇ ਤਾਂ ਆਪਾਂ ਖਤਮ। ਉਹੀ ਜਿਹੜੀ ਸ਼ਕਤੀ ਜਿਹੜੀ ਕੰਮ ਕਰਦੀ, ਮਹਾਰਾਜ ਦੇ ਪ੍ਰਗਟ ਹੀ ਕੰਮ ਕਰਦੀ ਆ। ਜਿਵੇਂ ਮਹਾਰਾਜ ਨੇ ਦੱਸਿਆ ਸਰਬਲੋਹ ਬਾਣੀ ਦੇ ਵਿੱਚ, ਮਹਾਰਾਜ ਦੱਸਦੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਵਾਨੀ ਜੀ ਸਹਾਏ, ਸ੍ਰੀ ਮਾਇਆ ਲక్ష్ਮੀ ਜੀ ਸਹਾਏ, ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ। ਇੱਥੇ ਆਮ ਜਿਹੜਾ ਸਿੱਖਾ ਵਿਚਾਰਾ ਟਪਲਾ ਖਾ ਜਾਂਦਾ ਵੀ ਇਹ ਤਾਂ ਕਿਤੇ ਭਵਾਨੀ ਕੋਈ ਲక్ష్ਮੀ ਆ, ਇਹ ਵੀ ਇਹ ਬਾਣੀ ਸਤਿਗੁਰਾਂ ਦੀ ਨਹੀਂ ਹੋ ਸਕਦੀ। ਪਰ ਜਦੋਂ ਬਾਣੀ ਦਾ ਪਹਿਲੇ ਸ਼ਬਦ ਦੀ ਆਰੰਭਤਾ ਹੁੰਦੀ ਆ, ਉਹਦੇ ਵਿੱਚ ਸਾਰਾ ਭੇਦ ਮਹਾਰਾਜ ਖੋਲ ਦਿੰਦੇ। ਕਹਿੰਦੇ ਵੀ ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ। ਗੋ ਕਹਿ ਦਈਏ ਧਰਤੀ, ਪਾਲ ਕਹਿ ਦਈਏ ਉਹਨੂੰ ਪਾਲਣ ਵਾਲਾ ਜਿਹੜਾ ਗੋਪਾਲ ਆ। ਕਹਿੰਦੇ ਛਾਇਆ ਰੂਪ ਹੋ ਕੇ ਉਹ ਆਪ ਹੀ ਵਿਚਰਦੇ ਪਏ ਨੇ। ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ, ਆਪਹਿ ਲక్ష్ਮੀ ਬੱਪ ਤੇਰੇ ਜੀਓ ਜੰਤ ਪ੍ਰਤਪਾਲ। ਆਪ ਹੀ ਉਹਨਾਂ ਨੇ ਲక్ష్ਮੀ ਦਾ ਸਰੀਰ ਧਾਰਨ ਕੀਤਾ, ਰੂਪ ਧਾਰਨ ਕੀਤਾ ਆ ਆਪਣੀ ਸਭ ਦੀ ਪਾਲਣਾ ਕਰਨ ਲਈ। ਕਿਉਂਕਿ ਬਾਣੀ ਦੇ ਵਿੱਚ ਦੱਸਦੇ ਮਹਾਰਾਜ ਦਸਮ ਦੇ ਵਿੱਚ, ਕਹਿੰਦੇ ਪੁਰਖ ਹੋਇਆ ਆਪ, ਕਹੂੰ ਇਸਤਰਨ ਕੋ ਰੂਪ ਧਰਿਓ, ਮੂਰਖਨ ਭੇਦ ਤਾਂ ਕੋ ਨੈਕ ਹੂ ਨਾ ਲਹਿਓ ਹੈ। ਕਹਿੰਦੇ ਪੁਰਖ ਵੀ ਉਹ ਆਪ ਹੀ। ਕਹਿੰਦੇ ਕਿਤੇ ਉਹਨੇ ਇਸਤਰੀ ਦਾ ਰੂਪ ਧਾਰਨ ਕੀਤਾ। ਕਿਵੇਂ ਕੀਤਾ? ਕਿਉਂਕਿ ਆਪਾਂ ਹੀ ਬਾਣੀ ਦੇ ਵਿੱਚ ਵਾਰ-ਵਾਰ ਜਪਦੇ ਆ, ਕਹਿੰਦੇ ਹਰ ਆਪੇ ਮਾਤਾ ਆਪੇ ਪਿਤਾ। ਸਾਡਾ ਤਾਂ ਮਾਤ ਪਿਤਾ ਕਹਿੰਦੇ ਹਰ ਰਾਇਆ, ਵੀ ਉਹ ਆਪਾਂ ਉਹਨੂੰ ਮਾਤਾ ਰੂਪ ਕਰਕੇ ਵੀ ਪੂਜ ਸਕਦੇ ਹਾਂ, ਪਿਤਾ ਰੂਪ ਕਰਕੇ ਵੀ ਸਾਡੇ ਤਾਂ ਤੁਸੀਂ ਮਾਤਾ ਪਿਤਾ ਹੋ ਮਹਾਰਾਜ, ਸਾਡੇ ਤਾਂ ਤੁਸੀਂ ਹੋਈ ਹੋ। ਐਸੀਆਂ ਜੰਗਮਈ ਬਾਣੀਆਂ ਚੰਡੀ ਚਰਿੱਤਰ ਰਚ ਕੇ ਬ੍ਰਹਮ ਕਵਚ ਦੇ ਬੜੇ ਭਾਰੀ ਜਾਪ ਜੱਗ ਚੱਲਦੇ ਪਏ ਨੇ। ਉਹ ਗਿਆਨੀ ਜੀ ਬਚਨ ਕਰਦੇ ਸੀਗੇ ਕੱਲ੍ਹ ਹੀ, ਕਹਿੰਦੇ ਜਿਹੜੇ ਤ੍ਰੇਤੇ ਯੁੱਗ ਦੁਆਪਰ ਯੁੱਗ ਦੇ ਵਿੱਚ ਜਿਹੜੇ ਜੱਗ ਹੁੰਦੇ ਸੀ ਨਾ, ਉਹ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਹੁਣ ਪ੍ਰਗਟ ਹੋਏ ਪਏ। ਇਹ ਬੜਾ ਭਾਰੀ ਜੱਗ ਹੀ ਹੋ ਰਿਹਾ ਜੀ। ਪੁਰਾਣੇ ਸਮੇਂ ਦੇ ਵਿੱਚ ਜੱਗ ਹੁੰਦੇ ਸੀਗੇ ਕਈ ਤਰ੍ਹਾਂ ਦੇ। ਕੋਈ ਅਸਮੇਧ ਜੱਗ ਹੁੰਦਾ ਸੀਗਾ, ਕੋਈ ਅਸਬ ਕਹਿੰਦੇ ਘੋੜੇ ਨੂੰ, ਮੇਦ ਕਹਿਦੀ ਹੈ ਜਿਹੜੇ ਉਹਦੇ ਮਾਸ ਤੋਂ ਜਿਹੜੀਆਂ ਹੂਤੀਆਂ ਪੈਂਦੀਆਂ ਹੁੰਦੀਆਂ, ਜਿਵੇਂ ਆਹ ਸਮੱਗਰੀ ਰੱਖੀ ਆ, ਕੁਝ ਘਿਓ ਪੈਂਦਾ ਆ, ਉਹ ਘੋੜੇ ਦਾ ਮਾਸ ਪੈਂਦਾ ਹੁੰਦਾ ਸੀ ਵਿੱਚ, ਉਹਨੂੰ ਕਹਿੰਦੇ ਅਸਮੇਧ ਜੱਗ।
ਇੱਕ ਹੁੰਦੇ ਗਊ ਮੇਦ ਜੱਗ, ਉਹ ਗਊ ਦਾ ਮਾਸ ਆਪਣਾ ਪੈਂਦਾ ਸੀ ਵਿੱਚ ਉਹਦੇ ਹਵਨ ਕੁੰਡ ਦੇ ਵਿੱਚ। ਫਿਰ ਕਹਿ ਦਈਏ ਨਰ ਮੇਦ ਵੀ ਜੱਗ ਹੋਏ, ਮਨੁੱਖਾਂ ਦਾ ਮਾਸ ਪਾਇਆ ਗਿਆ ਜੱਗਾਂ ਦੇ ਵਿੱਚ। ਫਿਰ ਭੂਪ ਮੇਦ ਜੱਗ ਵੀ ਹੋਏ। ਭੂਪ ਕਹਿ ਦਈਏ ਰਾਜੇ ਨੂੰ, ਰਾਜਿਆਂ ਦੀ ਬਲੀ ਦਿੱਤੀ ਜਾਂਦੀ ਸੀ ਜੱਗਾਂ ਦੇ ਵਿੱਚ। ਉਹ ਜੱਗ ਫਿਰ ਸਫਲ ਵੀ ਹੋਇਆ ਕਰਦੇ ਸੀਗੇ। ਪੁਰਾਣੇ ਸਮੇਂ ਦੇ ਉਹ ਸਮੇਂ ਦੇ ਆਪਣੇ ਕਾਇਦੇ ਕਾਨੂੰਨ ਸੀਗੇ। ਹੁਣ ਆਪਣਾ ਕਲਯੁਗ ਆ, ਕਲਯੁਗ ਦੇ ਵਿੱਚ ਨਾਮ ਦਾ ਹੀ ਮਹਾਤਮ ਆ। ਬਾਣੀ ਪੜ੍ਹੀ ਜਾਈਏ। ਹੁਣ ਜੇ ਜੱਗ ਚੱਲ ਹੀ ਰਿਹਾ ਇੱਥੇ, ਕੋਈ ਜੱਗ ਦੇ ਵਿੱਚ ਕੋਈ ਆਪਣਾ ਵੀ ਅਗਨੀ ਆ, ਅਗਨੀ ਦਾ ਦੇਵਤਾ ਆ। ਅਗਨੀ ਆਪਣੇ ਸਭ ਨੂੰ ਭੋਜਨ ਛਕਾਉਂਦੀ ਕਿ ਨਹੀਂ ਛਕਾਉਂਦੀ? ਹੁਣ ਆਪਾਂ ਇਹਨੂੰ ਮਾੜਾ ਕਹਿ ਸਕਦੇ ਹਾਂ ਅਗਨੀ ਨੂੰ? ਖਾਲਸਾ ਕਹਿੰਦਾ ਚੰਡਾ ਪ੍ਰਗਟ ਕਰਤਾ। ਆਪਣੇ ਅੰਦਰ ਵੀ ਜਠਰਾ ਅਗਨੀ ਆ। ਉਹ ਕਈ ਦੱਸਦੇ ਕਹਿੰਦੇ ਉਹ ਅਗਨੀ ਇੰਨੀ ਤੇਜ਼ ਆ, ਜੇ ਉੱਥੇ ਆਪਾਂ ਉਂਗਲ ਪਾ ਦਈਏ ਨਾ, ਕਹਿੰਦੇ ਹੱਡੀ ਹੋਈ ਬਾਹਰ ਆਊ, 1 ਮਿੰਟ 'ਚ ਕੱਢਾਂਗੇ। ਦੇਖ ਲਓ ਆਪਾਂ ਕਿੰਨੇ ਪਦਾਰਥ ਛਕੀ ਜਾਂਦੇ ਆ, ਉਹ ਪਚੀ ਜਾਂਦੇ ਨਾਲੋਂ ਨਾਲ ਹੀ। ਰਾਤੀ ਹੁਣ ਪਦਾਰਥ ਕੋਈ ਛਕਿਆ, ਸਵੇਰੇ ਫੇਰ ਭੁੱਖ ਲੱਗ ਜਾਂਦੀ ਹੈ। ਇਹ ਬ੍ਰਹਮ ਕਵਚ ਦਾ ਜਾਪ ਜੀ, ਜਿਹੜਾ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। 4 ਵਰਨਾਂ ਦੇ ਵਿੱਚ ਸਾਰੇ ਵੰਡੇ ਹੋਏ ਸੀਗੇ ਜੀ ਪੁਰਾਤਨ ਵਿੱਚ। ਬ੍ਰਾਹਮਣ ਹੋ ਗਏ ਆਪਣੀ ਕਿਰਿਆ ਕਰਮ, ਜਿਹੜੇ ਪਾਠ ਪੂਜਾ ਕਰਨ ਵਾਲੇ ਬ੍ਰਾਹਮਣ ਹੋ ਗਏ। ਛਤਰੀ ਹੋ ਗਏ ਜਿਹੜੇ ਜੰਗ ਯੁੱਧ ਲੜਦੇ, ਜਿਵੇਂ ਸ਼ਸਤਰ ਬਸਤਰ ਸਾਰੀਆਂ ਫੌਜਾਂ ਨੇ ਸਜਾਈਆਂ ਨੇ। ਇੱਦਾਂ ਹੀ ਮਹਾਰਾਜ ਕਹਿੰਦੇ ਵੀ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਆਪਾਂ ਨੂੰ ਛਤਰੀ ਬਣਾਇਆ। ਬੈਸ ਹੁੰਦੇ ਜਿਵੇਂ ਦੁਕਾਨਦਾਰੀ, ਕੋਈ ਕੰਮ ਕਾਰਜ ਵਾਲੇ ਆਪਣਾ ਵੀ ਮਹਿਕਮੇ, ਕਾਰੋਬਾਰੀ ਮਹਿਕਮਾ ਕਹਿ ਦਈਏ ਬੈਸ। ਸ਼ੂਦਰ ਜਿਹੜੇ ਆ ਵਗੈਰਾ ਕੂੜਾ ਕਾੜਾ ਚੱਕਣ ਵਾਲੇ, ਇਹਨਾਂ ਨੂੰ ਸ਼ੂਦਰ ਕਹਿ ਦਈਏ। ਕਹਿੰਦੇ ਜੇ ਛਤਰੀ ਇਹ ਜਾਪ ਕਰੂਗਾ ਬ੍ਰਹਮ ਕਵਚ ਦਾ, ਕਹਿੰਦੇ ਪੜ੍ਹਿਆ ਜੋ ਨਿਤ ਛਤਰੀ, ਵੀ ਨਿਤ ਜਿਹੜਾ ਰੋਜ਼ ਇਹਨੂੰ ਨਿਤਨੇਮ ਦੇ ਵਿੱਚ ਬਾਣੀ ਨੂੰ ਪੜੂਗਾ। ਛਤਰੀ ਆਪਾਂ ਛਤਰੀ ਆ ਜੀ, ਆਪਾਂ ਨੂੰ ਹੁਕਮ ਆ। ਕਹਿੰਦੇ ਪੜ੍ਹਿਆ ਜੋ ਨਿਤ ਛਤਰੀ, ਰਣ ਜੀਤ ਲਹਿ ਨਿਰਭੀਤ ਰਹਿ। ਕਹਿੰਦੇ ਰਣ ਨੂੰ ਜਿੱਤ ਲੂਗਾ, ਉਹ ਜੰਗ ਜਿੱਤ ਲੂਗਾ ਛਤਰੀ। ਹੁਣ ਆਪਣੇ ਤਾਂ ਖਾਲਸੇ ਦੇ ਨਿੱਤੀ ਜੰਗ ਹੁੰਦੇ ਜੀ। ਖਾਲਸਾ ਸੋ ਜੋ ਕਰਹਿ ਨਿਤ ਜੰਗ। ਉਹ ਨਿਤ ਜੰਗ ਕਿਹੜਾ ਅੰਦਰਲਾ ਜੰਗ ਆ, ਜਿਹੜਾ ਵਿਕਾਰਾਂ ਨਾਲ ਨਿਰੰਤਰ ਹੀ ਚੱਲਦਾ ਪਿਆ। ਕਹਿੰਦੇ ਆਦਿ ਪੁਰਖ ਜਬ ਆਪ ਸੰਭਾਰਾ, ਕਹਿੰਦੇ ਜਦੋਂ ਉਹਨਾਂ ਨੇ ਆਦਿ ਪੁਰਖ ਨੇ ਆਪਣਾ ਆਪ ਸੰਭਿਆ, ਕਹਿੰਦੇ ਓੰਕਾਰ ਦਾ ਇੱਕ ਦਾ ਕਹਾ। ਉਹਨਾਂ ਨੇ ਓੰਕਾਰ ਕਿਹਾ ਸੀਗਾ। ਜਪਜੀ ਸਾਹਿਬ ਦੇ ਵਿੱਚ ਆਉਂਦਾ ਆ, ਕਹਿੰਦੇ ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹਨਾਂ ਨੇ ਸਾਰਾ ਪਸਾਰਾ ਕਰਤਾ ਬਸ ਇੱਕ ਹੀ ਬੋਲਣ ਦੇ ਨਾਲ। ਉਹ ਕੀ ਬੋਲਿਆ? ਕਹਿੰਦੇ ਓੰਕਾਰ ਦਾ ਇੱਕ ਦਾ ਕਹਾ, ਸਕਲ ਆਕਾਸ਼ ਭੂਮ ਬਨ ਰਹਾ। ਕਹਿੰਦੇ ਪ੍ਰਿਥਮੇ ਓੰਕਾਰ ਤਿਨ ਕਹਾ, ਪ੍ਰਿਥਮ ਕਾਲ ਜਬ ਕਰਾ ਪਸਾਰਾ, ਓੰਕਾਰ ਤੇ ਸ੍ਰਿਸ਼ਟ ਉਪਾਰਾ। ਬਾਣੀ ਦੇ ਵਿੱਚ ਕੋਈ ਭੇਦ ਨਹੀਂ ਜੀ। ਜਿਹੜੀ ਪਹਿਲੇ ਸਰੂਪ ਦੀ ਬਾਣੀ ਆ, ਜਿਵੇਂ ਕਹਿ ਦਈਏ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੀ ਆ। 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਡੇ ਵੱਡੇ ਪ੍ਰਸੰਗ ਆਉਂਦੇ ਆ। ਕਹਿੰਦੇ ਕਿਉਂਕਿ ਆਦਿ ਬਾਣੀ ਦੇ ਵਿੱਚ ਤਾਂ ਜਿਹੜਾ ਨਾਮ ਮਹਾਤਮ ਜ਼ਿਆਦਾ ਰੱਖਿਆ ਮਹਾਰਾਜ ਨੇ। ਕੋਈ ਰਾਜ ਵਾਰਤਾ ਨਹੀਂ, ਕੋਈ ਦੇਸ਼ ਵਾਰਤਾ ਨਹੀਂ, ਬਸ ਟੂਕ ਮਾਤਰ ਦਿੱਤਾ ਆਪਾਂ ਨੂੰ ਸਮਝਾਉਣ ਲਈ। ਜਿਵੇਂ ਇੱਕ ਜਗ੍ਹਾ ਆਉਂਦਾ ਲਿਖਿਆ, ਕਹਿੰਦੇ ਸਹੰਸਰ ਦਾਨ ਦੇ ਇੰਦਰ ਰੋ ਆਇਆ, ਪਰਸ਼ੁਰਾਮ ਰੋਵੇ ਘਰ ਆਇਆ। ਇਹ ਉਹੀ ਸ਼ਬਦ ਆ ਜਿਹਨੂੰ ਕਹਿੰਦੇ ਆ ਵੀ ਨਾਨਕ ਦੁਖੀਆ ਸਭ ਸੰਸਾਰ, ਅਖੀਰ ਤੇ ਜਾ ਕੇ ਵੀ ਸਾਰੇ ਹੀ ਆਪਣਾ ਦੁਖੀ ਨੇ। ਕਹਿੰਦੇ ਇੰਦਰ ਮਾੜਾ ਕਰਮ ਕਰ ਬੈਠਾ ਸੀ। ਉਹ ਗੁਰਬਾਣੀ ਦੇ ਵਿੱਚ ਤਾਂ ਇੱਥੇ ਇੰਨਾ ਕੀ ਪ੍ਰਸੰਗ ਆਇਆ ਵੀ ਸਹੰਸਰ ਦਾਨ ਦੇ ਇੰਦਰ ਰੋ ਆਇਆ। ਉਹ ਜਾ ਕੇ ਫਿਰ ਇਹ ਬਾਣੀ ਦੇ ਅਰਥ ਖੁੱਲਣਗੇ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਵੀ ਇੰਦਰ ਨੂੰ ਕਿਉਂ ਰੋਣਾ ਪਿਆ, ਪਰਸ਼ੁਰਾਮ ਨੂੰ ਕਿਉਂ ਰੋਣਾ ਪਿਆ। ਪਰਸ਼ੁਰਾਮ ਰੋਵੇ ਘਰ ਆਇਆ, ਅੱਜ ਐਸੋ ਰੋਵੇ ਭੀਖਿਆ ਖਾਏ। ਰਾਮਚੰਦਰ ਜੀ ਦੇ ਦਾਦਾ ਜੀ ਹੋਏ ਅੱਜ ਰਾਜਾ ਜੀ, ਅੱਜ ਬਰ ਕਹਿੰਦੇ ਅੱਜ ਐਸੋ ਰੋਵੇ ਭੀਖਿਆ ਖਾਏ। ਹੁਣ ਇੱਥੇ ਦਾ ਸ਼ਬਦ ਇੰਨਾ ਹੀ ਲਿਖਿਆ, ਅੱਜ ਐਸੋ ਰੋਵੇ ਭੀਖਿਆ ਖਾਏ। ਆਪਾਂ ਨੂੰ ਪਤਾ ਨਹੀਂ ਲੱਗਣਾ ਕਿਹੜੀ ਭੀਖਿਆ ਉਹਨੂੰ ਮਿਲੀ। ਐਸੀ ਭਿੱਖਿਆ ਨਾਲ ਕਿਹੜੇ ਨਾਲ ਰੋਣਾ ਪਿਆ ਉਹਨੂੰ।
ਕਹਿੰਦੇ ਉਹਨੇ ਇੱਕ ਵਾਰੀ ਘੋੜਿਆਂ ਦੇ ਹਾਥੀ ਦੇ ਤਬੇਲੇ ਦੇ ਵਿੱਚ ਉਹ ਦੇਖਭਾਲ ਘੋੜਿਆਂ ਦੀ ਹਾਥੀਆਂ ਦੀ ਕਰਦਾ ਪਿਆ ਸੀਗਾ। ਕੋਈ ਰਿਸ਼ੀ ਆ ਗਿਆ, ਕਹਿੰਦਾ ਵੀ ਦਾਨ ਦਿਓ ਜੀ। ਉਹ ਰਾਜਾ ਥੋੜਾ ਕ੍ਰੋਧਿਤ ਹੋ ਗਿਆ ਵੀ ਮੈਂ ਇਸ ਟਾਈਮ ਦਾਨ ਦੇਣ ਦਾ, ਮੈਂ ਆਪਣਾ ਵੀ ਘੋੜਿਆਂ ਦੇ ਵਿੱਚ ਸੇਵਾ ਕਰਦਾ ਪਿਆ, ਮੈਂ ਦਾਨ ਕਿੱਥੋਂ ਦੇ ਦਾਂ। ਉਹ ਰਿਸ਼ੀ ਵੀ ਸੰਤੋਖੀ ਜੀ ਕਹਿੰਦਾ ਜੋ ਹੈਗਾ ਤੁਹਾਡੇ ਕੋਲ ਉਹੀ ਦਾਨ ਕਰ ਦਿਓ। ਕਹਿੰਦੇ ਇਸ ਟਾਈਮ ਤਾਂ ਆਹ ਲੇਦੀ ਪਈ ਆ ਮੇਰੇ ਕੋਲ ਘੋੜਿਆਂ ਦੀ, ਕਹਿੰਦੇ ਇਹੀ ਦੇ ਦਿਓ ਕੋਈ ਨਹੀਂ। ਉਹ ਗੁੱਸੇ ਦੇ ਮਾਰੇ ਨੇ ਉਹ ਲੇਦੀ ਚੱਕ ਕੇ ਉਹਨੂੰ ਮੁੱਠ ਭਰ ਕੇ ਇੱਕ ਪਾਤੀ ਤੇ ਉਹਨੇ ਆਸ਼ੀਰਵਾਦ ਦੇ ਦਿੱਤਾ। ਕਹਿੰਦੇ ਵੀ ਤੇਰਾ ਦਾਨ ਫਲੀਭੂਤ ਹੋਵੇ। ਜਾ ਕੇ ਆਪਣੀ ਕੁਟੀਆ ਦੇ ਬਾਹਰ ਲਿੱਦ ਰੱਖਤੀ। ਉਹ ਲਿੱਦ ਰੱਖਤੀ ਜੀ। ਲਿੱਦ ਜਦੋਂ ਫਲੀਭੂਤ ਹੋਣੀ ਸੀ ਫਿਰ ਉਹ ਕਿੰਨਾ ਢੇਰਾਂ ਦਾ ਢੇਰ ਹੀ ਲੱਗ ਗਿਆ। ਇੱਕ ਦਿਨ ਰਾਜਾ ਕਿਤੇ ਸ਼ਿਕਾਰ ਚੜਿਆ ਸੀ, ਉਹਨੇ ਦੇਖਿਆ ਵੀ ਰਿਸ਼ੀ ਦੇ ਕੋਲੇ ਕੋਈ ਘੋੜਾ ਤਾਂ ਕੋਈ ਹੈ ਨਹੀਂ, ਇੰਨੀ ਲਿੱਦ ਕਿੱਧਰੋਂ ਆ ਗਈ। ਫਿਰ ਜਦੋਂ ਉਹਨੇ ਪੁੱਛਿਆ ਤੇ ਉਹਨੇ ਸਾਰੀ ਵਾਰਤਾਲਾਪ ਉਹੀ ਦੱਸਤੀ ਵੀ ਰਾਜਾ ਤੇਰਾ ਹੀ ਦਾਨ ਦਿੱਤਾ ਫਲੀਭੂਤ ਹੋ ਰਿਹਾ। ਇਹ ਤਾਂ ਰਾਜਾ ਡਰ ਗਿਆ ਵੀ ਇਹ ਤਾਂ ਵਧੀ ਜਾਣਾ ਵਧੀ ਜਾਣਾ। ਉਹਨੇ ਫਿਰ ਮਾਫੀ ਮੰਗੀ ਰਿਸ਼ੀ ਤੋਂ ਵੀ ਮੈਨੂੰ ਮੇਰਾ ਕੋਈ ਉਪਾਅ ਕਰੋ। ਉਹ ਰਾਜੇ ਨੂੰ ਉਹਨੇ ਦੱਸਿਆ। ਫਿਰ ਰਿਸ਼ੀ ਨੇ ਕਹਿੰਦੇ ਤੂੰ ਆਪਣੀ ਨਿੰਦਿਆ ਕਰਾ, ਕਹਿੰਦੇ ਨਿੰਦਿਆ ਕਰਾਏਗਾ ਤੇਰੇ ਪਾਪ ਧੁੱਲਣਗੇ। ਕਹਿੰਦੇ ਫਿਰ ਲਿੱਦ ਘਟੂਗੀ। ਕਹਿੰਦੇ ਉਹਨੇ ਫਿਰ ਆਪਣੀ ਨਿੰਦਿਆ ਕਰਾਈ ਕਿਸੇ ਤਰੀਕਿਆਂ ਦੇ ਨਾਲ ਤੇ ਉਹ ਘਟਣ ਲੱਗੀ। ਫਿਰ ਵੀ ਬਚ ਗਈ ਥੋੜੀ ਜਿਹੀ। ਫਿਰ ਕਹਿੰਦੇ ਇਹਦਾ ਕੀ ਉਪਾਅ ਕਰੀਏ। ਕਹਿੰਦੇ ਇਹ ਤੈਨੂੰ ਹੁਣ ਖਾਣੀ ਹੋਈ ਪੈਣੀ ਹੈ। ਕਹਿੰਦੇ ਉਹਨੇ ਕੋਈ ਚੂਰਨ ਚਾਰਨ ਜਿਹਾ ਉਹਦਾ ਬਣਾ ਕੇ ਉਹਨੂੰ ਖਾਣੀ ਪਈ ਜੀ। ਉਹ ਦੇਖ ਲਓ ਏਡਾ ਵੱਡਾ ਇਤਿਹਾਸ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਰਫ ਟੂਕ ਮਾਤਰ ਦੱਸਿਆ। ਕਹਿੰਦੇ ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲਾ ਸਜਾਏ। ਰੋਵੈ ਰਾਮ ਨਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਹੁਣ ਇਹ ਆਪਾਂ ਆਮ ਇਹ ਪ੍ਰਚਲਿਤ ਹੀ ਆ ਸਾਰੀਆਂ ਇਹਨਾਂ ਦੀਆਂ ਰਮਾਇਣ ਦੀਆਂ, ਆਪਾਂ ਦੇਖਦੇ ਰਹਿੰਦੇ ਆ ਜਾਂ ਕੋਈ ਟੀਵੀ ਦੇ ਕੋਈ ਸੀਰੀਅਲ ਵਗੈਰਾ ਦੇਖਦੇ ਰਹਿੰਦੇ ਆ। ਇਹ ਪ੍ਰਚਲਿਤ ਕਰਕੇ ਆਪਾਂ ਨੂੰ ਪਤਾ ਆ ਇਤਿਹਾਸ ਵੀ ਇਦਾਂ ਇਦਾਂ ਉਹ ਰਾਵਣ ਲੈ ਗਿਆ ਜੀ ਸੀਤਾ ਨੂੰ। ਪਰ ਆਪਾਂ ਆਪਣੇ ਵੱਲੋਂ ਉਹਨੂੰ ਸੋਰ ਨਹੀਂ ਕਹਿ ਸਕਦੇ। ਕਲਗੀਧਰ ਪਾਤਸ਼ਾਹ ਨੇ ਰਮਾਇਣ ਲਿਖੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਰਾਮਾ ਅਵਤਾਰ ਜਿਹਨੂੰ ਕਹਿੰਦੇ, ਉਹਦੇ ਵਿੱਚ ਉਹ ਫਿਰ ਸਾਰਾ ਇਤਿਹਾਸ ਲਿਖ ਕੇ ਮਹਾਰਾਜ ਨੇ ਆਪਾਂ ਨੂੰ ਦੱਸਿਆ। ਕ੍ਰਿਸ਼ਨ ਜੀ ਦਾ ਇਤਿਹਾਸ ਲਿਖਿਆ। ਹੋਰ ਪੁਰਾਣੇ ਸਾਰੇ ਪੁਰਾਣੇ ਪੁਰਾਤਨ ਗ੍ਰੰਥਾਂ ਦੇ ਵੀ ਖਾਲਸੇ ਦੇ ਵਿੱਚ ਜਿਹੜੇ ਵੀ ਖਾਲਸੇ ਨੂੰ ਫੇਰ ਬ੍ਰਾਹਮਣਾਂ ਦੇ ਕੋਲੇ ਨਾ ਜਾਣਾ ਪਵੇ। ਉਹ ਫੇਰ ਇਹਨਾਂ ਨੂੰ ਚੱਕਰਾਂ 'ਚ ਫਸਾ ਲੈਣ ਵੀ ਤੁਹਾਨੂੰ ਕੋਈ ਦਾਨ ਕਰਨੇ ਪੈਣਗੇ, ਉਪਾਅ ਕਰਨੇ ਪੈਣਗੇ। ਨਾ, ਮਹਾਰਾਜ ਨੇ ਸਾਰਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਕਹਿੰਦੇ ਵੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਫਿਰ ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਬ੍ਰਹਮ ਕਵਚ ਦੇ ਵਿੱਚ ਆਪਾਂ ਛਤਰੀਆਂ, ਕਹਿੰਦੇ ਛਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ। ਕਹਿੰਦਾ ਪੜ੍ਹਿਆ ਜੋ ਨਿਤ ਛਤਰੀ, ਜੇ ਕੋਈ ਛਤਰੀ ਇਹਨੂੰ ਰੋਜ਼ ਪੜੂਗਾ ਨਿਤਨੇਮ ਦੇ ਵਿੱਚ, ਕਹਿੰਦੇ ਰਣ ਜੀਤ ਲਹਿ, ਰਣ ਨੂੰ ਜੰਗ ਨੂੰ ਜਿੱਤੂਗਾ, ਬਕਾਰ ਉਹਦੇ ਤੇ ਭਾਰੀ ਨਹੀਂ ਪੈਣਗੇ। ਸਭ ਤੋਂ ਪਹਿਲਾਂ ਦਾ ਵੈਰੀ ਆਪਣੇ ਇਹੀ ਖੜੇ ਆ। ਕਹਿੰਦੇ ਮਨ ਰਿਪ ਜੀਤਾ ਸਭ ਰਿਪ ਜੀਤੇ। ਰਿਪ ਕਹਿੰਦੇ ਦੁਸ਼ਮਣ ਨੂੰ, ਕਹਿੰਦੇ ਮਨ ਦੁਸ਼ਮਣ ਨੂੰ ਜਿੱਤ ਲਿਆ ਨਾ, ਕਹਿੰਦੇ ਸਾਰੇ ਹੀ ਦੁਸ਼ਮਣ ਜਿੱਤੇ ਗਏ। ਉਹ ਆਪਾਂ ਨੂੰ ਪੰਜ ਬਕਾਰੀ, ਆਪਣਾ ਵੀ ਪੰਜ ਬਕਾਰ ਜਿਹੜੇ ਇਹਨਾਂ ਨਾਲ ਨਿਰੰਤਰ ਹੀ ਖਾਲਸੇ ਦਾ ਜੰਗ ਜਿਹੜਾ ਚੱਲਦਾ ਆ। ਕਹਿੰਦੇ ਵੀ ਖਾਲਸਾ ਸੋ ਜੋ ਕਰੇ ਨਿਤ ਜੰਗ। ਰੋਜ਼ ਤਾਂ ਆਪਣਾ ਕੋਈ ਜੰਗ ਨਹੀਂ ਹੁੰਦਾ ਜੀ, ਰੋਜ਼ ਸ਼ਾਂਤੀਪੂਰਵਕ ਹੀ ਸਾਰਾ ਦਿਨ ਨਿਕਲ ਜਾਂਦਾ, ਆਪਾਂ ਦੇਖਦੇ ਹਾਂ। ਪਰ ਜੰਗ ਜਿਹੜਾ ਉਹ ਅੰਦਰਲੇ ਜੰਗ ਦਾ ਪ੍ਰਸੰਗ ਆ। ਇਹ ਬਾਣੀ ਦਾ ਮਹਾਤਮਾ ਵੀ ਜੇ ਇਹਨੂੰ ਕੋਈ ਪੜੂਗਾ, ਛਤਰੀ ਰਣ ਜੀਤ ਲਹਿ ਨਿਰਭੀਤ ਰਹਿ ਰਿੱਧ ਸਿੱਧ ਪਾਵੇ ਆਤਰੀ, ਤੇ ਨਿਰਭੈ ਵੀ ਹੋ ਜਾਊਗਾ, ਡਰ ਵੀ ਨਹੀਂ ਰਹੂਗਾ ਤੇ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਣਗੀਆਂ। ਰਣ ਜੀਤ ਲਹਿ ਨਿਰਭੀਤ ਰਹਿ ਰਿੱਧ ਸਿੱਧ ਪਾਵੇ ਆਤਰੀ, ਲਹਿ ਵੇਦ ਭੇਦ ਜੋ ਪੜ੍ਹਾ ਵਿਪਰ। ਜੇ ਕੋਈ ਬ੍ਰਾਹਮਣ ਇਹਨੂੰ ਪੜੂਗਾ ਬਾਣੀ ਨੂੰ, ਕਹਿੰਦੇ ਵੇਦਾਂ ਦਾ ਭੇਦ ਹਾਸਲ ਕਰ ਲੂਗਾ। ਵੈਸੇ ਉੱਦਾਂ ਅਸਲ ਦੇ ਵਿੱਚ ਭੇਦ ਨਹੀਂ ਪਾਇਆ ਜਾ ਸਕਦਾ। ਹੁਣ ਬਾਣੀ ਨੂੰ ਵੀ ਆਪਾਂ ਪੜ੍ਹਦੇ ਹਾਂ, ਆਪਾਂ ਭੇਦ ਥੋੜੀ ਪਾ ਸਕਦੇ ਹਾਂ। ਜੇ ਕੋਈ ਬ੍ਰਾਹਮਣ ਇਹਨੂੰ ਬਾਣੀ ਦਾ ਨਿਤਨੇਮ ਕਰੂਗਾ, ਕਹਿੰਦੇ ਉਹਨੂੰ ਵੇਦਾਂ ਦਾ ਵੀ ਭੇਦ ਹਾਸਲ ਹੋ ਜਾਊਗਾ। ਆਪਣੀ ਕੋਈ ਬਾਣੀ ਵੇਦਾਂ ਤੋਂ ਘੱਟ ਥੋੜੀ ਆ, ਆਪਣੇ ਉੱਤੇ ਵੀ ਮਹਾਰਾਜ ਨੇ ਬਖਸ਼ਿਸ਼ ਕਰ ਦੇਣੀ ਆ। ਆਪਾਂ ਨੂੰ ਜਦੋਂ ਨਾਮ ਬਾਣੀ ਬੰਦਗੀ ਕਰਦੇ ਆ, ਉਦੋਂ ਬ੍ਰਾਹਮਣ ਵੀ ਆ ਆਪਾਂ। ਜਦੋਂ ਖਾਲਸਾ ਘੋੜਿਆਂ ਦੀ ਸੇਵਾ, ਕੋਈ ਲਿੱਦਾਂ ਵਗੈਰਾ ਆਪਣਾ ਵੀ ਕਹਿੰਦੇ, ਉਦੋਂ ਸ਼ੂਦਰ ਵੀ ਆ ਆਪਾਂ। ਫਿਰ ਕਹਿੰਦੇ ਬੈਸ ਧਨ ਸੁਖ ਸੰਪਤਾ,
ਬੈਸ ਜਿਹੜੇ ਆਪਣਾ ਕਾਰੋਬਾਰੀ ਮਹਿਕਮੇ ਵਾਲੇ ਆ, ਹੁਣ ਆਪਾਂ ਵੀ ਗ੍ਰਸਤੀਆਂ ਸਾਰੇ ਕਾਰੋਬਾਰ ਆਪਣੇ ਵੀ ਆਪ ਜੀ ਵੀ ਸਾਰੇ ਕਾਰੋਬਾਰ ਕਰਦੇ। ਕਹਿੰਦੇ ਉਦੋਂ ਆਪਾਂ ਬੈਸ ਵੀ ਆ। ਕਹਿੰਦੇ ਬੈਸਾਂ ਦੇ ਧਨ ਦੀ ਜਿਹੜੀ ਆ ਕਮੀ ਨਹੀਂ ਹੋਊਗੀ। ਧਨ ਸੁੱਖ ਸੰਪਦਾ ਸਾਰੀ ਸੰਪਤੀ ਰਾਜ ਸਾਜ ਬਣਿਆ ਰਹੂਗਾ। ਕਹਿੰਦੇ ਬੈਸ ਧਨ ਸੁੱਖ ਸੰਪਦਾ ਧਨ ਧਾਮ ਤਨ ਅਰੋਗ ਸੂਦਰ। ਸੂਦਰ ਕਹਿੰਦੇ ਪਾਏ ਸੁੱਖ ਅਕੰਪਤਾ। ਧਨ ਦੇ ਵਿੱਚ ਧਨ ਦਾ ਵਾਧਾ ਹੋਊਗਾ, ਨਾਲੇ ਤੰਦਰੁਸਤ ਰਹੂਗਾ, ਸਰੀਰ ਅਰੋਗੀ ਰਹੂਗਾ। ਕਹਿੰਦੇ ਪਾਏ ਸੁੱਖ ਕੰਪਦਾ, ਕੰਪਦਾ ਸੁੱਖ ਪ੍ਰਾਪਤ ਕਰੂਗਾ ਜਿਹੜਾ ਕਦੀ ਨਸ਼ਟ ਨਹੀਂ ਹੁੰਦਾ। ਇਹ ਬਾਣੀ ਦਾ ਇੰਨਾ ਭਾਰੀ ਮਹਾਤਮ ਆ। ਇਹ ਸ਼ਕਤੀ ਰੂਪ ਬਾਣੀ ਆ ਜੀ ਦਸਮ ਦੀ। ਇਹ ਵਿਧੀ ਦੇ ਨਾਲ ਕਹਿੰਦੇ ਹੁਣ ਇਹ ਸਾਰੀ ਵਿਧੀ ਚੱਲਦੀ ਪਈ ਜੀ। ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਤੋਂ ਨਾਲ ਲੈ ਕੇ ਚੱਲਦੇ ਆ। ਕਹਿੰਦੇ ਗੁਰ ਪੂਜਾ ਵਿਧ ਸਹਿਤ ਕਰਮ। ਗੁਰੂ ਦੀ ਪੂਜਾ ਵਿਧੀ ਦੇ ਸਹਿਤ ਹੁੰਦੀ ਆ। ਅੱਜ ਤਾਂ ਇਹ ਵਿਧੀ ਨੂੰ ਆਪਣਾ ਵੀ ਨਿੰਦਣ ਲੱਗ ਗਏ ਨਾ ਸਾਰੇ ਲੋਕ। ਆਖੇ ਜੀ ਆ ਨਾਰੀਅਲ ਦੀ ਕੀ ਲੋੜ ਸੀ, ਆ ਜੋਤਾਂ ਦੀ ਕੀ ਲੋੜ ਸੀ, ਆ ਕੁੰਭ ਦੀ ਕੀ ਲੋੜ ਸੀ। ਇਹ ਸਾਰੀ ਵਿਧੀ ਆ ਸਾਧ ਸੰਗਤ ਜੀ। ਕਹਿੰਦੇ ਗੁਰੂ ਦੀ ਪੂਜਾ ਵਿਧੀ ਦੇ ਨਾਲ ਕਰੀਦੀ ਆ। ਇਹ ਸਰਗੁਣ ਸਰੂਪ ਨੇ, ਸ਼ਸਤਰ ਕਹਿ ਦੀ ਅਕਾਲ ਪੁਰਖ ਜੀ ਦਾ ਇਹ ਰੂਪ ਨੇ। ਸਭ ਤੋਂ ਪਹਿਲਾਂ ਕਹਿੰਦੇ ਪ੍ਰਥਮ ਕਾਲ ਸਭ ਜਗ ਕੋ ਤਾਤਾ। ਤਾਤ ਕਹਿ ਦੀ ਪਿਤਾ ਨੂੰ ਵੀ ਕਹਿੰਦੇ ਆ, ਪੁੱਤਰ ਨੂੰ ਵੀ ਕਹਿੰਦੇ ਆ ਤਾਤ। ਇੱਥੇ ਤਾਤ ਅੱਖਰ ਵਰਤਿਆ ਆ ਪਿਤਾ ਲਈ। ਜਿਵੇਂ ਕਹਿੰਦੇ ਆਪਾਂ ਨਾ ਤਾਤਾ ਨਾ ਮਾਤਾ, ਵੀ ਨਾ ਉਹਨਾਂ ਦਾ ਤਾਤ ਪਿਤਾ ਨੇ, ਨਾ ਉਹਨਾਂ ਦੇ ਮਾਤਾ ਜੀ ਆ। ਕਹਿੰਦੇ ਪ੍ਰਥਮ ਕਾਲ ਸਭ ਜਗ ਕੋ ਤਾਤਾ। ਪਹਿਲਾਂ ਤਾਂ ਅਕਾਲ ਪੁਰਖ ਹੀ ਸਭ ਦੇ ਪਿਤਾ ਨੇ। ਕਹਿੰਦੇ ਤਾਂ ਤੇ ਭਇਓ ਤੇਜ ਵਿਖਿਆਤਾ। ਕਹਿੰਦੇ ਉਹਨਾਂ ਤੋਂ ਤੇਜ ਇੱਕ ਪ੍ਰਗਟ ਹੋਇਆ, ਦੁਈ ਕੁਦਰਤ ਸਾਜੀ ਹੈ। ਤਾਂ ਤੇ ਭਇਓ ਤੇਜ ਵਿਖਿਆਤਾ, ਸੋਈ ਭਵਾਨੀ ਨਾਮ ਕਹਾਈ। ਜਿਨ ਸਿਗਰੀ ਇਹ ਸ੍ਰਿਸ਼ਟ ਉਪਾਈ। ਕਹਿੰਦੇ ਉਹੀ ਫਿਰ ਭਵਾਨੀ ਨਾਮ ਵੀ ਉਹੀ ਅਕਾਏ। ਭਵਾਨੀ ਵੀ ਉਹਨਾਂ ਦਾ ਹੀ ਨਾਮ ਆ। ਕਹਿੰਦੇ ਪੁਰਖ ਹੋਵੇ ਆਪ, ਕਹੂੰ ਇਸ ਤਰ੍ਹਾਂ ਕੋ ਰੂਪ ਧਰਿਓ। ਮੂਰਖਨ ਭੇਦ ਤਾਂ ਕੋ ਨਹਿ ਕਹੂੰ ਨਾ ਲਹਿਓ ਹੈ। ਮੂਰਖ ਉਹਦਾ ਜਰਾ ਵੀ ਭੇਦ ਨਹੀਂ ਲੈ ਸਕੇ ਜੀ। ਇਹ ਤਾਂ ਦਸਮ ਦੀ ਬਾਣੀ। ਕਹਿੰਦੇ ਧੰਨ ਜਿਓ ਤਿਹ ਕੋ ਜਗ ਮੈਂ, ਮੁਖ ਤੇ ਹਰ। ਮੁਖ ਤੇ ਤਾਂ ਹਰ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ, ਪਰ ਚਿੱਤ ਮੈਂ ਜੁੱਧ ਵਿਚਾਰੈ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ। ਅਵਰ ਬਾਸਨਾ ਨਾਹੇ ਪ੍ਰਭ, ਧਰਮ ਜੁੱਧ ਕੇ ਚਾਏ। ਬਾਣੀਆਂ ਲਿਖੀਆਂ ਜ਼ਰੂਰ ਗਈਆਂ ਮਹਾਰਾਜ ਨੇ। ਲਿਖੀ ਰਮਾਇਣ ਵੀ ਲਿਖੀ, ਕ੍ਰਿਸ਼ਨਾ ਅਵਤਾਰ ਵੀ ਲਿਖੇ, 24 ਅਵਤਾਰ ਲਿਖੇ ਵਿਸ਼ਨੂੰ ਜੀ ਦੇ। ਪਰ ਮਹਾਰਾਜ ਨੇ ਦੱਸਤਾ ਅਖੀਰ ਤੇ ਜਾ ਕੇ, ਕਿਤੇ ਮੇਰੇ ਸਿੱਖ ਕਿਤੇ ਭੁਲੇਖਾ ਨਾ ਖਾ ਜੇ, ਜਾਂ ਕੋਈ ਇਹਨਾਂ ਨੂੰ ਕੋਈ ਮੂਰਖ ਨਾ ਬਣਾ ਦੇਵੇ ਵੀ ਆਹ ਦੇਖੋ ਤੁਹਾਡੇ ਦਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਵੀ ਇਹ ਰਮਾਇਣ ਲਿਖਦੇ ਪਏ ਆ, ਉਹ ਤਾਂ ਰਾਮਚੰਦਰ ਜੀ ਨੂੰ ਮੰਨਦੇ ਸੀਗੇ। ਉਹ ਮਹਾਰਾਜ ਨੇ ਸਾਰੀ ਰਮਾਇਣ ਲਿਖੀ, ਰਾਮਾ ਅਵਤਾਰ ਦੀ ਬਾਣੀ ਲਿਖੀ, ਪਰ ਐਂਡ ਤੇ ਜਾ ਕੇ ਮਹਾਰਾਜ ਨੇ ਦੱਸਤਾ। ਕਹਿੰਦੇ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋਈ ਆਂਖ ਤਰੇ ਨਹੀਂ ਆਨੇ ਹੋ। ਮਹਾਰਾਜ ਜਦੋਂ ਦਾ ਕਹਿੰਦੇ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਂਦਾ, ਜਦੋਂ ਦਾ ਆਪ ਜੀ ਦੇ ਚਰਨਾਂ ਨਾਲ ਜੁੜੇ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ। ਅਨੇਕਾਂ ਮਤ ਕਹਿੰਦੇ ਅਸੀਂ ਨਹੀਂ ਮੰਨਦੇ। ਕਹਿੰਦੇ ਕਿਸੇ ਫਿਰ ਕ੍ਰਿਸ਼ਨਾ ਅਵਤਾਰ ਦੀ ਜਦੋਂ ਮਹਾਰਾਜ ਸਮਾਪਤੀ ਕਰਦੇ ਆ, ਕ੍ਰਿਸ਼ਨਾ ਅਵਤਾਰ ਦੇ ਵਿੱਚ ਵੀ ਦੱਸਦੇ ਆ। ਕਹਿੰਦੇ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸਨ ਵਿਸਨ ਕਬਹੁ ਨਾ ਧਿਆਉ। ਇਹਦਾ ਬਾਣੀ ਦਾ ਸਾਧ ਸੰਗਤ ਜੀ ਬੜਾ ਭਾਰੀ ਮਹਾਤਮ ਆ। ਆਪਾਂ ਸਾਰੀ ਰਾਤ ਬੈਠੇ ਰਹੀਏ ਤਾਂ ਵੀ ਨਹੀਂ ਮੁੱਕਣਾ। ਕਹਿੰਦੇ ਸ਼ੇਸ਼ ਨਾਗ ਸਿਰ ਸਹਸ ਬਣਾਈ। ਸ਼ੇਸ਼ ਨਾਗ ਆ ਜੀ। ਕਹਿੰਦੇ ਸ਼ੇਸ਼ ਨਾਗ ਦੇ 1000 ਸਿਰ ਬਣਾਏ। ਕਹਿੰਦੇ ਦਸਮ ਪਾਤਸ਼ਾਹ ਆਪਣੀ ਰਚਨਾ ਦੇ ਵਿੱਚ ਦੱਸਦੇ ਆ, ਸ਼ੇਸ਼ ਨਾਗ ਸਿਰ ਸਹਸ ਬਣਾਈ, ਦੁਐ ਸੁਹੰਸ ਰਸ ਨਾਹ ਸੁਹਾਈ। ਕਹਿੰਦੇ 2000 ਉਹਦੀਆਂ ਜੀਭਾਂ ਬਣਾਈਆਂ, 1000 ਉਹਦੇ ਸਿਰ ਬਣਾਏ। ਫਿਰ ਕਹਿੰਦੇ ਉਹ ਰਟਤ ਅਬ ਲੱਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਕਹਿੰਦੇ ਹਜੇ ਤੱਕ ਉਹ ਬੇਅੰਤ ਨਾਮਾਂ ਨਾ ਆਪ ਜੀ ਦੇ ਨਾਮਾਂ ਦਾ ਸ਼ੇਸ਼ ਨਾਗ। ਕਹਿੰਦੇ ਵੀ ਜਦੋਂ ਇੱਕ ਜੀਭ ਤੋਂ ਨਾਮ ਲੈਂਦਾ ਨਾ, ਨਵਾਂ ਹੀ ਨਾਮ ਲੈਂਦਾ। ਜਦੋਂ ਨਾਮ ਲੈਂਦਾ ਨਵਾਂ ਨਾਮ ਲੈਣਾ ਉਹਨੇ। ਉਹਦੀਆਂ 1000 ਜੀਭਾਂ ਨੇ, 1000 ਨਹੀਂ 2000। 1000 ਸਿਰਿਆ ਉਹਦਾ, 2000 ਉਹਦੀਆਂ ਜੀਭਾਂ ਨੇ। ਉਹਨੇ 2000 ਜੀਭਾਂ ਦੇ ਨਾਲ ਜਦੋਂ ਵੀ ਨਾਮ ਲੈਣਾ। ਹਜੇ ਤੱਕ ਕਹਿੰਦੇ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਮੋਹਰ ਆ। ਕਹਿੰਦੇ ਰਟਤ ਅਬ ਲੱਗੇ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਵੀ ਹਜੇ ਤੱਕ ਉਹ ਆਪ ਜੀ ਦੇ ਅਪਾਰਾਂ ਨਾਮਾਂ ਦਾ ਹੀ ਉਹ
ਉਚਾਰਨ ਕਰੀ ਜਾਂਦਾ, ਨਾਮ ਜਪੀ ਜਾਂਦਾ, ਪਰ ਉਹ ਵੀ ਨਹੀਂ ਆਪ ਜੀ ਦਾ ਅੰਤ ਪਾ ਸਕਿਆ। ਕਲਗੀਧਰ ਪਾਤਸ਼ਾਹ ਆਪਣੇ ਲਈ ਵੀ ਬਚਨ ਕਰਦੇ ਆ, ਕਹਿੰਦੇ ਕਹਾ ਲੱਗੇ ਉਹ ਕੀਟ ਬਖਾਨਾ। ਮਹਾਰਾਜ ਮੈਂ ਕੀੜਾ ਆਪ ਜੀ ਦਾ ਬਖਿਆਨ ਕਿੱਥੋਂ ਕਰ ਸਕਦਾ। ਕਹਾ ਲੱਗੇ ਉਹ ਕੀਟ ਬਖਾਨਾ, ਮਹਿਮਾ ਤੋਰ ਤੂੰ ਹੀ ਪ੍ਰਭ ਜਾਣੈ। ਆਪ ਜੀ ਦੀ ਮਹਿਮਾ ਨੂੰ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ। ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾ ਤਮਨ ਕਾ ਭੇਦ ਬਤਾਵੈ। ਕਹਿੰਦੇ ਪਿਤਾ ਦੇ ਜਨਮ ਦਾ ਜਿੱਦਾਂ ਪੁੱਤਰ ਭੇਦ ਨਹੀਂ ਨਾ ਪਾ ਸਕਦਾ, ਮਹਾਰਾਜ ਮੈਂ ਆਪ ਜੀ ਦਾ ਕਿੱਥੋਂ ਮੈਂ ਵਰਣਨ ਕਰ ਸਕਦਾ। ਕਲਗੀਧਰ ਪਾਤਸ਼ਾਹ ਆਪ ਹੀ ਸ਼ਾਹੇ ਸ਼ਾਹਨਸ਼ਾਹ ਖੁਦ ਖੁਦਾ ਹੁੰਦੇ ਹੋਏ ਮਹਾਰਾਜ ਦੇ ਲੋ ਇੰਨੀ ਨਿਮਰਤਾ ਵਰਤਦੇ। ਕਹਿੰਦੇ ਮੈਂ ਕੀੜਾ ਕਿੱਥੇ ਬਖਿਆਨ ਕਰ ਸਕਦਾ ਮਹਾਰਾਜ। ਜਿੱਦਾਂ ਪਿਤਾ ਦੇ ਜਨਮ ਦਾ ਪੁੱਤਰ ਨੂੰ ਭੇਦ ਨਹੀਂ ਨਾ ਹੋ ਸਕਦਾ, ਕਹਿੰਦੇ ਇਦਾਂ ਮੈਂ ਵੀ ਮਹਾਰਾਜ ਆਪ ਜੀ ਦਾ ਭੇਦ ਨਹੀਂ ਪਾ ਸਕਦਾ। ਫਿਰ ਆਪਣੇ ਜਿਹੜੇ ਸਿੱਖ ਉਹ ਆਪ ਹੀ ਕਹੀ ਜਾਂਦੇ, ਕਹਿੰਦੇ ਵੀ ਜਿੱਦਾਂ ਅਸੀਂ ਸਮਝਦੇ ਹਾਂ ਮਹਾਰਾਜ ਨੂੰ ਸਮਝ ਲਿਆ ਵੀ ਉਹ ਇੱਥੇ ਤੱਕ ਹੀ ਕਰ ਸਕਦੇ, ਇਦਾਂ ਕਰ ਸਕਦੇ ਆ, ਇਦਾਂ ਨਹੀਂ ਕਰ ਸਕਦੇ। ਫਿਰ ਤਾਂ ਸਾਧ ਸੰਗਤ ਜੀ ਆਪਾਂ ਨੂੰ ਭੇਦ ਪਤਾ ਲੱਗ ਗਿਆ ਉਹਨਾਂ ਦਾ। ਆਪਣੇ ਗੁਰੂ ਸਾਹਿਬ ਕਹਿੰਦੇ ਵੀ ਭੇਦ ਨਹੀਂ ਪੈ ਸਕਦਾ, ਆਪਾਂ ਭੇਦ ਪਰ ਪਾਈ ਜਾਂਦੇ ਆ, ਮਤਲਬ ਮਹਾਰਾਜ ਤੋਂ ਵੀ ਅੱਗੇ ਲੰਘੀ ਜਾਂਦੇ ਆ। ਗੁਰਬਾਣੀ ਜਿਹੜੀ ਆਪਾਂ ਨੂੰ ਸਮਝ ਨਹੀਂ ਨਾ ਹੈਗੀ, ਮਹਾਰਾਜ ਦਾ ਦੇਖ ਲਓ ਬੇਨਤੀ ਮਹਾਰਾਜ ਦੀ ਬਾਣੀ ਆ, ਕਹਿੰਦੇ ਹਉ ਮਤ ਮੰਦ ਚਰਨ ਸਰਣਾਗਤ। ਕਹਿੰਦੇ ਮੈਂ ਮਤ ਬੁੱਧੀ ਮੰਦ ਬੁੱਧੀ ਵਾਲਾ, ਕਹਿੰਦੇ ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਆ। ਕਰ ਗਏ ਲਿਓ ਉਬਾਰੀ, ਹੱਥ ਦੇ ਕੇ ਮਹਾਰਾਜ ਮੈਨੂੰ ਰੱਖ ਲਿਓ। ਪਰ ਆਪਾਂ ਅੱਜ ਬੜਾ ਆਪਣਾ ਵੀ ਗੁੰਮਰਾਹ ਕੀਤਾ ਜਾ ਰਿਹਾ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਤੋਂ, ਕਿਉਂਕਿ ਇਹ ਸ਼ਕਤੀ ਰੂਪ ਬਾਣੀ ਆ। ਸ਼ਸਤਰ ਜੰਗ ਯੁੱਧ ਜਿੰਨੇ ਇਹਦੇ ਵਿੱਚ ਆ, ਆਦ ਮਹਾਰਾਜ ਦੀ ਬਾਣੀ ਨੇ ਆਪਾਂ ਨੂੰ ਭਗਤੀ ਬਣਾਉਣਾ। ਸ਼ਕਤੀ ਨਹੀਂ ਸਾਧ ਸੰਗਤ ਜੀ ਆ ਸਕਦੀ। ਦਸਮ ਦੀ ਬਾਣੀ ਤੋਂ ਬਿਨਾਂ ਤਾਂ ਆਪਾਂ ਫਤਿਹ ਬੁਲਾਉਣ ਦੇ ਹੱਕਦਾਰ ਵੀ ਹੈ ਨਹੀਂ। ਵਾਹਿਗੁਰੂ ਜੀ ਕੀ ਫਤਿਹ ਉਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਗਟ ਹੋਈ ਆ। ਜਿਹੜਾ ਕਹਿੰਦਾ ਨਾ ਮੈਂ ਦਸਮ ਦੀ ਬਾਣੀ ਨੂੰ ਨਹੀਂ ਮੰਨਦਾ, ਉਹਨੂੰ ਕਹੋ ਭਾਈ ਫਤਿਹ ਬਿਨਾਂ ਬੁਲਾ ਦੂੰ। ਫਿਰ ਤੂੰ ਕੋਈ ਖੰਡੇ ਦੀ ਪਾਹਲ ਵੀ ਨਹੀਂ ਤੂੰ ਛੱਡ ਸਕਦਾ, ਕਿਉਂਕਿ ਉਹਦੇ ਤੇ ਵੀ ਆਪਣਾ 3 ਬਾਣੀਆਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ, 2 ਆਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ, 4ਥੀ ਅਰਦਾਸ ਵੀ ਆਪਣਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਈ ਗਈ। ਪਰ ਜਿੰਨਾ ਉਹਨਾਂ ਨੇ ਮੂਰਖਾਂ ਨੇ ਨਿੰਦਣ ਦੀ ਭੰਡਣ ਦੀ ਕੋਸ਼ਿਸ਼ ਕੀਤੀ ਦਸਮ ਦੀ ਬਾਣੀ ਨੂੰ, ਉਹਨਾਂ ਹੀ ਸਾਡੇ ਵਰਗੇ ਮੂਰਖ ਬੰਦਿਆਂ ਨੂੰ ਵੀ ਪਤਾ ਲੱਗ ਗਿਆ ਵੀ ਦਸਮ ਦੀ ਬਾਣੀ ਕੁਛ ਹੈ। ਨਹੀਂ ਤਾਂ ਸਾਨੂੰ ਵੀ ਨਾ ਪਤਾ ਲੱਗਦਾ ਸ਼ਾਇਦ। ਇੰਨੀ ਭਾਰੀ ਬਾਣੀ ਆ ਵੀ ਜਿਹੜੇ ਨਿੰਦਿਆ ਅੱਜ ਕਰਦੇ ਪਏ ਆ ਉਹਨਾਂ ਨੂੰ ਉਹਨਾਂ ਦਾ ਫਲ ਮਿਲ ਜਾਣਾ ਆ। ਪਰ ਆਪਾਂ ਗੁਰੂ ਕੇ ਸਿੱਖਾਂ ਨੇ ਕਦੀ ਕਿੰਤੂ ਪਰੰਤੂ ਨਹੀਂ, ਕਦੀ ਸ਼ੰਕਾ ਨਹੀਂ ਕਰਨਾ ਮਹਾਰਾਜ ਦੀ ਬਾਣੀ ਤੇ। ਅਸੀਂ ਤਾਂ ਉਹੀ ਮਹਾਰਾਜ ਦੀ ਮਾਤੀ ਰੱਖਣੀ। ਸਾਰੀ ਬਾਣੀ ਦੀ ਰਚਨਾ ਕਰਦੇ ਗੁਰੂ ਅਰਜਨ ਸਾਹਿਬ ਜੀ, ਕਹਿੰਦੇ ਤੇਰਾ ਕੀਤਾ ਜਾਤੋ ਨਹੀਂ, ਅਖੀਰ ਤੇ ਮਹਾਰਾਜ ਨੇ ਦੇ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ, ਆਪੇ ਤਰਸ ਪਏ ਹੋਈ। ਮਹਾਰਾਜ ਵੀ ਦੱਸਦੇ ਦੇ ਲੋ, ਕਹਿੰਦੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਕਹਿੰਦੇ ਆਪ ਜੀ ਜਿਹੜੇ ਸ੍ਰੀ ਕਹਿ ਦਈਏ ਸ਼੍ਰੋਮਣੀ, ਅਸ ਕਹਿ ਦਈਏ ਕਿਰਪਾਨ ਨੂੰ, ਅਸ ਕਿਰਪਾਨ ਖੰਡੋ ਖੜਗ, ਅਸ ਵੀ ਕਿਰਪਾਨ ਦਾ ਨਾਮ, ਪਾਨ ਕਹਿ ਦਈਏ ਜਿਹਨੇ ਉਹਨੂੰ ਪਾਇਆ ਹੋਇਆ ਆ। ਸ੍ਰੀ ਅਸਪਾਨ ਸ਼੍ਰੋਮਣੀ ਜਿਹੜਾ ਉਹ ਅਕਾਲ ਪੁਰਖ ਵੀ ਸ਼ਸਤਰ ਧਾਰੀ ਆ, ਖੜਗ ਕੇ ਤੇ ਆ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਆਪ ਜੀ ਦੀ ਕਿਰਪਾ ਕਰਕੇ ਮਹਾਰਾਜ ਕਹਿੰਦੇ ਮੈਂ ਨਾ ਕਹਿਓ, ਮੈਂ ਨਹੀਂ ਕਿਹਾ। ਇਹ ਬਾਣੀ ਦੀ ਰਚਨਾ ਕਰੀ ਵੀ ਜਾਂਦੇ ਆ, ਕਹਿੰਦੇ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਭ ਮਹਾਰਾਜ ਆਪ ਜੀ ਨੇ ਬਖਿਆਨ ਕਰਵਾ ਲਿਆ। ਇੰਨੀ ਭਾਰੀ ਬਾਣੀ ਆ ਸਾਧ ਸੰਗਤ ਜੀ, ਬੜਾ ਇਹਦਾ ਭਾਰੀ ਮਹਾਤਮਾ। ਚੰਡੀ ਚਰਿਤਰਾਂ ਦੇ ਵਿੱਚ ਦੱਸਦੇ ਆ, ਆਰਤੀ ਆਰਤੇ ਵਿੱਚ ਰੋਜ਼ ਸਿੰਘ ਪੜ੍ਹਦੇ ਆ, ਕਹਿੰਦੇ ਜਾਹੇ ਨਮਿਤ ਪੜ੍ਹੈ ਸੁਨ ਹੈ ਨਰ, ਸੋ ਨਿਸ਼ਚੈ ਕਰਤਾ ਹੈ ਦਈ ਹੈ। ਕਹਿੰਦੇ ਜਿਹੜੇ ਮਨੋਰਥਾਂ ਮਨੋ ਭਾਵਨਾ ਲਈ ਇਹ ਬਾਣੀ ਨੂੰ ਕੋਈ ਸੁਣਦਾ ਆ ਜਾਂ ਇਹਨੂੰ ਪੜ੍ਹਦਾ ਆ, ਕਹਿੰਦੇ ਨਿਸ਼ਚਾ ਭਾਈ ਕਰ ਲਿਓ, ਉਹਨੂੰ ਜ਼ਰੂਰ ਪ੍ਰਾਪਤ ਹੋਊਗਾ ਮਨ ਭਾਉਂਦਾ ਫਲ। ਜਿਵੇਂ ਚੌਪਈ ਸਾਹਿਬ ਦੇ ਵਿੱਚ ਦੱਸਦੇ, ਕਹਿੰਦੇ ਸੁਨੈ ਗੁੰਗ ਜੋ ਯਾਹੇ ਸੋ ਰਸ ਨਾ ਪਾਵਈ। ਕੀ ਕਲਗੀਧਰ ਪਾਤਸ਼ਾਹ ਦੇ ਬਚਨ ਐਵੇਂ ਫੋਕੇ ਹੀ ਹੋਣਗੇ? ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਦੇਖ ਲਓ ਮਹਾਰਾਜ ਦੇ ਕੌਤਕ ਵਰਤੇ ਜਾਂਦੇ ਆ, ਪਰ ਮਨੋਂ ਨਹੀਂ ਨਾ ਆਪਾਂ ਜਿੰਨੀ ਦੇਰ ਤੱਕ ਮਹਾਰਾਜ ਦੇ ਮਨ ਨਹੀਂ ਅਰਪਣ ਕਰਦੇ ਉਨੀ ਦੇਰ ਤੱਕ ਨਹੀਂ ਗੱਲ ਬਣਦੀ। ਜਦੋਂ ਆਪਾਂ ਤਨੋਂ ਮਨੋਂ ਸੱਚੇ ਹੋ ਕੇ ਮਹਾਰਾਜ ਵੀ ਆਪ ਜੀ ਦੀ ਸ਼ਰਨ ਚ ਆ ਗਿਆ, ਜ਼ਰੂਰ ਮਹਾਰਾਜ ਆਪਣੇ ਬੱਚੇ ਦੀ ਲਾਜ ਰੱਖਦਾ, ਸਦਾ ਹੀ ਰੱਖਦੇ ਆਏ ਆ। ਜਿਵੇਂ ਬਾਣੀ ਦੇ ਵਿੱਚ ਹੀ ਕਹਿੰਦੇ
ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਓ ਧੁਰ ਤੂੰ ਰੱਖਦਾ ਆਇਆ। ਰੱਖਦੇ ਆਏ ਆ, ਰੱਖਦੇ ਆ ਆਪਣੇ ਸੇਵਕਾਂ ਦੀ ਉਹ ਹਜੇ ਵੀ, ਜਦੋਂ ਸੱਚੇ ਦਿਲੋਂ ਆਪਾਂ ਮੰਨਦੇ ਆ। ਕਹਿੰਦੇ ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਇੱਕ ਚਿੱਤ ਹੋ ਕੇ ਸਾਧ ਸੰਗਤ ਜੀ ਜਿੱਦਣ ਆਪਾਂ ਧਿਆਤਾ ਨਾ ਉਹਨੂੰ, ਵੀ ਮਨ ਟਿਕਿਆ ਹੋਇਆ ਆਪਣਾ, ਮਨ ਹੀ ਨਹੀਂ ਟਿਕਦਾ। ਜਦੋਂ ਮਨ ਟਿਕ ਕੇ ਮਨ ਟਿਕਦਾ ਸਾਧ ਸੰਗਤ ਦੇ ਵਿੱਚ, ਜਿਵੇਂ ਹੁਣ ਸਾਧ ਸੰਗਤ ਸਜੀ ਹੋਈ ਆ, ਹੁਣ ਮਨ ਪੂਰੇ ਇਕਾਗਰ ਹੋਏ ਆ ਆਪਣੇ ਸਾਰਿਆਂ ਦੇ। ਹੁਣ ਮਜਾਲ ਆ ਕੋਈ ਵੈਰੀ ਆ ਜਾਵੇ, ਕੋਈ ਦੁਸ਼ਟ, ਕੋਈ ਪੰਜਾਂ ਦੇ ਵਿੱਚੋਂ ਕੋਈ ਦੂਤ ਆ ਜਾਵੇ, ਸਾਧ ਸੰਗਤ ਦੇ ਵਿੱਚ ਐਂਟਰ ਹੋਣ ਦੀ ਉਹਨੂੰ ਆਗਿਆ ਨਹੀਂ ਹੈ। ਕਲਯੁਗ ਦਾ ਮਿਲਾਪ ਹੋਇਆ ਸੀ, ਉਹ ਗੁਰੂ ਨਾਨਕ ਸਾਹਿਬ ਦੇ ਵੀ ਮਨਾ ਰਹੇ ਆ। ਹੁਣ ਆਪ ਜੀ ਸਾਰੇ ਪੜ੍ਹੇ ਲਿਖੇ ਹੋ, ਕਹਿੰਦੇ ਮਿਲਾਪ ਜਦੋਂ ਗੁਰੂ ਨਾਨਕ ਸਾਹਿਬ ਦਾ ਹੋਇਆ ਸੀਗਾ, ਕਲਯੁਗ ਕਹਿੰਦਾ ਵੀ ਮੈਨੂੰ ਮਹਾਰਾਜ ਕੀ ਹੁਕਮ ਆ। ਮਹਾਰਾਜ ਕਹਿੰਦੇ ਸਾਡੀ ਸੰਗਤ ਦੇ ਨੇੜੇ ਨਾ ਆਈ। ਕਲਯੁਗ ਕਹਿੰਦਾ ਮਹਾਰਾਜ ਕਿਸੇ ਨੂੰ ਰੋਕਦੇ ਵੀ ਹੋ ਤੁਸੀਂ? ਕਹਿੰਦੇ ਇਕੱਲੇ ਤੈਨੂੰ ਹੀ ਰੋਕਦੇ ਆ। ਕਹਿੰਦੇ ਫਿਰ ਮੈਨੂੰ ਕੀ ਹੁਕਮ ਆ? ਕਹਿੰਦੇ ਤੈਨੂੰ ਜੋੜਿਆਂ 'ਚ ਆਗਿਆ ਵਾ, ਉਹ ਵੀ ਜਦੋਂ ਪ੍ਰਸਾਦ ਵਰਤੂਗਾ ਤੈਨੂੰ ਜੋੜਿਆਂ 'ਚ ਖੜੀ। ਕਹਿੰਦਾ ਮਹਾਰਾਜ ਫਿਰ? ਕਹਿੰਦੇ ਉਦੋਂ ਤੂੰ ਆਏਗਾ, ਐਂਟਰ ਹੋਏਗਾ ਉਦੋਂ ਜਦੋਂ ਸਾਡੇ ਸਿੱਖ ਮਲੇਸ਼ ਹੋ ਜਾਣਗੇ। ਕਹਿੰਦੇ ਜਦੋਂ ਨਾਮ ਦੇ ਹੀ ਰਹਿ ਜਾਣਗੇ ਸਾਡੇ ਸਿੱਖ। ਹੁਣ ਇੱਥੇ ਸਾਧ ਸੰਗਤ ਜੀ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ। ਹੁਣ ਆਪਾਂ ਸਿਰਫ ਆਪਣੇ ਵੀ ਪ੍ਰੇਮ ਦੇ ਵਿੱਚ ਜੁੜੇ ਹੋਏ ਆ। ਇੱਥੇ ਜਦੋਂ ਆਪਾਂ ਦਿਖਾਵੇ ਲਈ ਜੁੜਾਂਗੇ ਉਦੋਂ ਐਂਟਰ ਹੋਊਗਾ ਕਲਯੁਗ। ਹੁਣ ਨਹੀਂ ਹੋ ਸਕਦਾ, ਕਿਉਂਕਿ ਆਪਾਂ ਹੁਣ ਸਿਰਫ ਪ੍ਰੇਮ ਦੇ ਕਰਕੇ ਉਹਦੇ ਬਚਨ ਬਲਾਸ ਸਰਵਣ ਕਰਨ ਲਈ, ਉਹਦਾ ਆਨੰਦ ਮਾਣਨ ਲਈ ਹੁਣ ਇੱਥੇ ਆਪਾਂ ਦਰਸ਼ਨ ਲਈ ਸਾਧ ਸੰਗਤ ਜੀ ਦਾ ਇਕੱਠ ਹੋਇਆ ਇੱਥੇ। ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਫਿਰ ਸਤ ਸੰਗਤ ਕੈਸੀ ਜਾਣੀਆਂ ਜਿੱਥੇ ਇੱਕੋ ਨਾਮ ਵਖਾਣੀਆਂ। ਹੁਣ ਇੱਕੋ ਨਾਮ ਦਾ ਹੀ ਸਾਧ ਸੰਗਤ ਜੀ ਇੱਥੇ ਆਪਣੇ ਵਿਚਾਰ ਹੋਇਆ। ਇੱਥੇ ਨਹੀਂ ਪੰਜ ਵਕਾਰ ਆ ਸਕਦੇ ਵੀ ਆਪਾਂ ਜਦੋਂ ਵੀ ਇਕੱਤਰ ਹੋਇਆ ਕਰੀਏ। ਕਹਿੰਦੇ ਇੱਕ ਤਾਂ ਸਿੱਖ ਆ, ਇੱਕ ਸਿੱਖ ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਜਦੋਂ ਦੋ ਜਣੇ ਵੀ ਹੋ ਗਏ ਨਾ, ਆਪਾਂ ਸਤਿਗੁਰਾਂ ਦੇ ਆਪਣਾ ਵੀ ਤੁਸੀਂ ਸਾਨੂੰ ਦੱਸੋ, ਅਸੀਂ ਆਪ ਜੀ ਨੂੰ ਦੱਸੀਏ ਸਤਿਗੁਰਾਂ ਦੇ ਬਚਨ, ਉਹਨੂੰ ਸਤ ਸੰਗਤ ਕਹਿੰਦੇ ਆ। ਕਹਿੰਦੇ ਜਿਹਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਆ ਉਹ ਤਰ ਜਾਂਦਾ। ਕਹਿੰਦੇ ਖੋਜਤ ਸੁਣੀਆਂ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਕਹਿੰਦੇ ਸਾਧ ਸੰਗਤ ਤੋਂ ਬਿਨਾ ਕੋਈ ਨਹੀਂ ਤਰਿਆ। ਐਸਾ ਭਾਰੀ ਮਹਾਤਮ ਆ ਬਾਣੀ ਦਾ। ਬ੍ਰਹਮ ਕਵਚ, ਚੰਡੀ ਚਰਿੱਤਰ। ਫਿਰ ਚੰਡੀ ਚਰਿੱਤਰ ਜਿਹੜਾ ਦੂਜਾ ਆ, ਕਹਿੰਦੇ ਹੁਣ ਖਾਲਸੇ ਨੇ ਇੰਨੀਆਂ ਦੇਖੋ ਭਾਰੀ, ਇੰਨਾ ਤੁਰਕਾਂ ਦਾ ਰਾਜ ਹੁੰਦਾ ਸੀਗਾ, ਉਹਦੇ ਤੋਂ ਲੈ ਕੇ ਅਸਤ ਤੱਕ। ਉਹਦੇ ਕਹਿ ਦਈਏ ਜਿੱਥੋਂ ਸੂਰਜ ਚੜ੍ਹਦਾ, ਤੇ ਅਸਤ ਕਹਿ ਦਈਏ ਜਿੱਥੇ ਅਸਤ ਹੁੰਦਾ, ਛਿਪਦਾ ਆ ਸੂਰਜ। ਇੰਨਾ ਭਾਰੀ ਪ੍ਰਤਾਪ ਹੁੰਦਾ ਸੀ ਕਹਿੰਦੇ ਤੁਰਕਾਂ ਦਾ। ਕਈ ਉਹਨਾਂ ਕੋਲੇ 1000 ਤੋਪਾਂ ਦੀ ਗਿਣਤੀ ਹੁੰਦੀ ਸੀਗੀ। ਕਹਿੰਦੇ 10,000 ਤਾਂ ਵੱਡੀਆਂ ਤੋਪਾਂ ਹੁੰਦੀਆਂ ਸੀਗੀਆਂ, 50,000 ਛੋਟੀਆਂ ਤੋਪਾਂ ਹੁੰਦੀਆਂ ਸੀ। 22 ਲੱਖ ਫੌਜ ਹਮੇਸ਼ਾ ਜੰਗ ਲੜਨ ਨੂੰ ਤਿਆਰ ਹੀ ਖੜੀ ਹੁੰਦੀ ਸੀ ਰੰਗੇ ਦੀ। 22 ਲੱਖ ਦੀ ਫੌਜ। ਉਹ ਆਪਾਂ ਮੁੱਠੀ ਭਰ ਸਿੰਘਾਂ ਨੇ ਦੇਖ ਲਓ ਕਿੱਦਾਂ ਖਤਮ ਕਰਕੇ, ਨਸ਼ਟ ਕਰਕੇ ਰੱਖਦਾ। ਕਿਵੇਂ ਕਰਤਾ ਸਾਧ ਸੰਗਤ ਜੀ ਦੇਖ ਲਓ। ਅੱਜ ਵੀ ਆਪਾਂ ਨੂੰ ਕਹਿੰਦੇ 2% ਨੇ, ਅੱਜ ਵੀ ਆਪਾਂ ਨੂੰ ਕਹਿੰਦੇ 2% ਹੋ ਤੁਸੀਂ। ਉਸ ਟਾਈਮ ਤੇ ਦੇਖ ਲਓ ਉਹਨਾਂ ਦਾ ਕਿੰਨਾ ਖਾੜ ਕੇ ਰੱਖਦਾ ਰਾਜ। ਕਾਹਦੇ ਕਰਕੇ? ਦਸਮ ਦੀਆਂ ਬਾਣੀਆਂ ਪੜ੍ਹ ਕੇ। ਆ ਜਿਹੜੇ ਸ਼ਹੀਦੀ ਦੇਗਾਂ ਲਾਉਂਦੇ ਨਾ ਆਪਣੇ ਨਿਹੰਗ ਸਿੰਘ, ਉਹਦਾ ਸਾਧ ਸੰਗਤ ਜੀ ਗੋਲਾ ਹੁੰਦਾ ਬਾਅਦ 'ਚ ਬਚਦਾ, ਜਿਹੜਾ ਛਾਣ ਕੇ ਆਪਾਂ ਗੋਲਾ ਕੱਢਦੇ ਨਾ, ਨੁਕਦਾ ਕਹਿੰਦੇ ਨਿਹੰਗ ਸਿੰਘ। ਕਹਿੰਦੇ ਪੰਥ ਪ੍ਰਕਾਸ਼ ਗਿਆਨੀ ਰਤਨ ਸਿੰਘ ਜੀ ਭੰਗੂ ਦੱਸਦੇ ਆ, ਜਿਹੜੇ ਪੋਤਰੇ ਹੋਏ ਆ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟ ਵਾਲੇ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀਗਾ, ਉਹਨਾਂ ਦੇ ਪੋਤਰੇ ਹੋਏ ਗਿਆਨੀ ਰਤਨ ਸਿੰਘ ਜੀ ਭੰਗੂ। ਉਹਨਾਂ ਨੇ ਪੰਥ ਪ੍ਰਕਾਸ਼ ਦਾ ਇਤਿਹਾਸ ਲਿਖਾਇਆ ਅੰਗਰੇਜ਼ਾਂ ਨੂੰ। ਅੰਗਰੇਜ਼ਾਂ ਨੇ ਪੁੱਛਿਆ ਉਹਨਾਂ ਤੋਂ, ਪਹਿਲਾਂ ਤੁਰਕਾਂ ਤੋਂ ਪੁੱਛਿਆ ਸੀ ਅੰਗਰੇਜ਼ਾਂ ਨੇ ਵੀ ਇਹ ਸਿੰਘ ਕੌਣ ਨੇ, ਕਿਉਂਕਿ ਤੁਰਕਾਂ ਦਾ ਰਾਜ ਸੀ, ਅੰਗਰੇਜ਼ ਆ ਗਏ ਉਦੋਂ ਵੀ। ਕਹਿੰਦੇ ਉਹਨਾਂ ਨੇ ਕਿੱਥੇ ਸੱਚ ਦੱਸਣੀ, ਤੁਰਕਾਂ ਨੇ ਖਾਲਸੇ ਦਾ ਪ੍ਰਤਾਪ ਕਿੱਥੇ ਦੱਸਦਾ ਉਹ। ਉਹਨਾਂ ਨੇ ਤੇ ਜਦੋਂ ਗਲਤ ਇਤਿਹਾਸ ਲਿਖਾਇਆ ਤੇ ਫਿਰ ਉਹਨਾਂ ਦੀ ਮੁਲਾਕਾਤ ਹੋਈ
ਗਿਆਨੀ ਰਤਨ ਸਿੰਘ ਜੀ ਭੰਗੂ ਨਾਲ। ਕੈਪਟਨ ਮਰੀ ਸੀ ਲੁਧਿਆਣੇ ਦਾ ਲੱਗਿਆ ਹੋਇਆ, ਲੁਧਿਆਣੇ ਦਾ ਇੰਚਾਰਜ ਸੀ। ਉਹ ਪੁੱਛਦਾ ਕੈਪਟਨ ਮਰੀ ਤੋਂ, ਉਹ ਗਿਆਨੀ ਰਤਨ ਸਿੰਘ ਜੀ ਤੋਂ, ਵੀ ਜਿਹੜਾ ਖਾਲਸੇ ਦਾ ਤੁਸੀਂ ਐਡਾ ਪ੍ਰਤਾਪ ਸੀਗਾ, ਜਿਵੇਂ ਵੀ ਦੱਸਿਆ ਪਹਿਲਾਂ ਤੁਹਾਨੂੰ ਵੀ 22 ਲੱਖ ਦੀ ਫੌਜ ਹਮੇਸ਼ਾ ਤਿਆਰ ਰਹਿੰਦੀ ਸੀ, ਉਹ ਅੰਗਰੇਜ਼ ਦੱਸਦਾ ਵੀ ਤੁਸੀਂ ਮੁੱਠੀ ਭਰ ਸਿੰਘਾਂ ਨੇ ਕਿੱਦਾਂ ਖਤਮ ਕਰਕੇ ਰੱਖਦਾ ਇਹਨਾਂ ਨੂੰ। ਕਹਿੰਦੇ ਜਿਨ ਕੇ ਘੋੜੇ ਗੈਲ ਲੱਖ ਤੋਪਨ ਕਈ ਹਜ਼ਾਰ। ਕਹਿੰਦੇ ਜਿਨ੍ਹਾਂ ਦੇ ਘੋੜੇ ਇੰਨੇ ਭਾਰੀ ਘੋੜੇ, ਇੰਨਾ ਰਾਜ ਪ੍ਰਤਾਪ, 22 ਲੱਖ ਦੀ ਫੌਜ, ਤੋਪਾਂ, ਕੋਟ ਕਿਲਿਆਂ ਦੀ ਕੋਈ ਗਿਣਤੀ ਨਹੀਂ। ਜਿਨ ਕੇ ਘੋੜੇ ਗੈਲ ਲੱਖ ਤੋਪਨ ਕਈ ਹਜ਼ਾਰ, ਤਖਤ ਪਾਤਸ਼ਾਹੀ ਬਹਿ ਕਰਨ ਤਿੰਨ ਦਾਸਨ ਦੀਨੇਗਾਰ। ਕਹਿੰਦੇ ਤਖਤਾਂ ਦੇ ਬਹਿ ਕੇ ਪਾਤਸ਼ਾਹੀਆਂ ਕਰਨ ਵਾਲੇ ਤੁਰਕ ਉਹ ਗੁਰੂ ਨਾਨਕ ਸਾਹਿਬ ਦੇ ਦਾਸਾਂ ਨੇ ਗਾਲ ਕੇ ਰੱਖਦੇ। ਮੈਨੂੰ ਕਹਿੰਦਾ ਸਮਝ ਨਹੀਂ ਲੱਗੀ। ਕਹਿੰਦਾ ਰਤਨ ਸਿੰਘ ਜੀ ਕੋਈ ਵੀ ਪੜ੍ਹਿਆ ਲਿਖਿਆ ਜੀ ਹੁਣ ਕਿੱਥੇ ਸਮਝਦਾ, ਵੀ ਦੱਸੋ ਜਾਂ ਤਾਂ। ਫਿਰ ਉਹ ਦੱਸਦੇ ਗਿਆਨੀ ਰਤਨ ਸਿੰਘ ਜੀ, ਕਹਿੰਦੇ ਨਿਹੰਗ ਸਿੰਘ ਜਿਹੜਾ ਨੁਕਦਾ ਆਪਣਾ ਲਾ ਕੇ ਰਗੜਾ ਦੇਗਾਂ ਸ਼ਰਦਾਈਆਂ ਦੇ, ਕਹਿੰਦੇ ਨੁਕਦਾ ਬਚਦਾ ਨਾ ਜਿਹੜਾ, ਕਹਿੰਦੇ ਭਾਂਗ ਨੁਕਤ ਲੈ ਨਾਮ ਸਿਰ ਡਾਰਹਿ ਜਾ ਕੇ ਦਾਸ, ਰਹਿ ਨਾ ਅੜਨਾ ਜੋਗ ਬਹੁ ਤੁਰਤ ਹੋਏ ਤੇ ਨਾਸ। ਕਹਿੰਦੇ ਜਿਹਦੇ ਤੇ ਗੋਲਾ ਛੱਡ ਦਿੰਦੇ ਸੀਗੇ ਨਾ ਸਿੰਘ ਪੜ੍ਹ ਕੇ ਸ਼ਲੋਕ, ਆਇਆ ਮਲੇਛਾ ਨੁਕਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਤੇਰਾ ਗੁਰੂ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ, ਪੱਟੀ ਤੇਰੀ ਮੇਜ਼ ਖਾਨਾ ਤੇਰਾ ਖਰਾਬ, ਬੂਹੇ ਤੇਰੇ ਦੀ ਉਜਾੜ, ਮੱਲ ਜਾਣਗੇ ਝਾੜ, ਸਿੰਘ ਚੜਨਗੇ ਸ਼ਿਕਾਰ, 12 ਕੋਹ ਦੀ ਉਜਾੜ, 24 ਕੋਹ ਦਾ ਪੜਾ ਨੁਕਦਾ ਨਿਰਮਲ ਹੋ ਜਾ, ਗੱਜ ਗੱਜ ਕਰੇ ਗਜਾਵੇ ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਨੂੰ ਭਾਵੇ। ਉਹ ਕਹਿੰਦੇ ਜਿਹਦੇ ਤੇ ਗੋਲਾ ਛੱਡਦੇ ਸੀਗੇ ਨਾ, ਕਹਿੰਦੇ ਤੁਰਤ ਹੋਏ ਤੇ ਨਾਸ। ਇਹ ਸਾਧ ਸੰਗਤ ਜੀ ਸ਼ਹੀਦਾਂ ਦਾ ਬਚਨ ਆ, ਕੋਈ ਆਪਣੇ ਵਰਗੇ ਬੰਦਿਆਂ ਦਾ ਬਚਨ ਨਹੀਂ ਹੈ। ਕੋਈ ਮਹਿਤਾਬ ਸਿੰਘ ਜੀ ਜਿਹੜੇ ਸੀਗੇ ਉਹ ਛੋਟੀ ਮੋਟੀ ਗੱਲ ਸੀ, ਮੱਸੇ ਰੰਗੜ ਦਾ ਸਿਰ ਵੱਢਣ ਵਾਲੇ, ਉਹਨਾਂ ਦੇ ਪੁੱਤਰੇ ਹੋਏ ਜਿਹੜੇ ਜਿਨ੍ਹਾਂ ਦੇ ਅੱਗੇ ਪੁੱਤਰ ਮਹਿਤਾਬ ਸਿੰਘ ਜੀ ਦੇ ਉਹ ਵੀ ਜਿੰਦਾ ਸ਼ਹੀਦ ਹੋਏ, ਰਾਏ ਸਿੰਘ ਜੀ। ਇਹ ਤਾਂ ਸੁੱਖੇ ਦਾ ਮਹਾਤਮ ਹੋ ਗਿਆ ਜੀ। ਇੱਕ ਭੰਗੀ ਮਿਸਲ ਵੀ ਹੁੰਦੀ, 12 ਮਿਸਲਾਂ ਹੁੰਦੀਆਂ ਸੀਗੀਆਂ ਸਿੰਘਾਂ ਦੀਆਂ। ਪਹਿਲਾਂ ਇੱਕ ਹੀ ਪੰਥ ਹੁੰਦਾ ਜੀ, ਬੁੱਢਾ ਦਲ, ਜਿਹੜਾ ਕਲਗੀਧਰ ਪਾਤਸ਼ਾਹ ਨੇ ਖੁਦ ਆਪਣੇ ਹੱਥਾਂ ਨਾਲ ਸਾਜ ਕੇ ਤੋਰਿਆ। ਜਦੋਂ ਹਜੂਰ ਸਾਹਿਬ ਤੋਂ ਮਹਾਰਾਜ ਨੇ ਤੋਰਿਆ ਨਾ, ਉਦੋਂ ਜਥੇਦਾਰੀ ਦਿੱਤੀ ਬਾਬਾ ਵਿਨੋਦ ਸਿੰਘ ਜੀ ਨੂੰ ਪੰਥ ਦੀ, ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਸੀਗੇ ਉਹਨਾਂ ਨੂੰ ਸੈਨਾਪਤੀ ਬਣਾਇਆ। ਫਿਰ ਹੁਕਮ ਕੀਤਾ ਵੀ ਤੂੰ ਜਿਹੜਾ ਪੰਥ ਦੇ ਅੰਡਰ ਰਹਿਣਾ, ਵੀ ਪੰਥ ਦੀ ਆਗਿਆ ਤੋਂ ਬਾਹਰ ਨਹੀਂ ਕਦੀ ਜਾਣਾ, ਕਿਉਂਕਿ ਤਾਬਿਆ ਚਲੇ ਜੋ ਪੰਥ ਕੀ ਖਾਏ ਨਾ ਜਮ ਕਾ ਬਾਣ। ਕਹਿੰਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਹੋਏ, ਫਿਰ ਉਹਨਾਂ ਤੋਂ ਬਾਅਦ ਦੂਜੇ ਜਥੇਦਾਰ ਜੀ ਬਾਬਾ ਦਰਬਾਰਾ ਸਿੰਘ ਜੀ ਹੋਏ, ਫਿਰ ਤੀਜੇ ਜਥੇਦਾਰ ਜੀ ਜਥੇਦਾਰ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਹੋਏ। ਉਹਨਾਂ ਦੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਬੜਾ ਵਾਧਾ ਹੋ ਗਿਆ। ਜਦੋਂ ਵਾਧਾ ਹੋਇਆ ਕਹਿੰਦੇ ਇੱਕ ਜਗ੍ਹਾ ਦੇ ਲੰਗਰ ਪੱਕਣੇ ਬੜੇ ਔਖੇ ਹੋ ਗਏ। ਕਹਿੰਦੇ ਫਿਰ ਜੀ ਉਹਨਾਂ ਨੇ 12 ਮਿਸਲਾਂ ਬਣਾਤੀਆਂ ਸਿੰਘਾਂ ਦੇ, ਵੀ ਆਪਣੇ ਆਪਣੇ ਜਥੇ ਆ ਤੇ ਆਪੋ ਆਪਣਾ ਇਹ ਕਰ ਲਿਆ ਕਰਨਗੇ ਸਾਰਾ ਪਹਿਰਾ, ਕੋਈ ਲੰਗਰ ਦਾ ਕਰ ਲਿਆ, ਜੇ ਕੋਈ ਘੋੜਿਆਂ ਦੀ ਰਸਤ ਕੋਈ ਵੰਡਣੀ, ਸਾਰਾ ਕੁਝ ਰਾਜ ਸਾਜ ਸਾਂਭ ਲੈਣਗੇ। ਇੱਕ ਭੰਗੀ ਮਿਸਲ ਸੀਗੀ ਜੀ, ਉਹ ਭੰਗੀ ਮਿਸਲ ਆਪਣਾ ਵੀ ਆ ਦੇਗਾ ਹੀ ਸਕਦੇ ਸੀਗੇ, ਭੰਗ ਹੀ ਸਕਦੇ ਹੁੰਦੇ ਸੀ। ਉਹ ਅੱਜ ਦਾ ਨਿੰਦਣ ਲੱਗੇ, ਇੰਨਾ ਪੁਰਾਣਾ ਇਤਿਹਾਸ ਆ। ਹੁਣ ਅੱਜ ਕਹਿ ਦਿੰਦੇ ਆ ਨਾ ਜੀ ਕੋਈ ਕਾਲੀ ਤਾਂ ਨਹੀਂ ਹੈ, ਜੇ ਆਪਣਾ ਵੀ ਕਾਲੀ ਹੋਵੇ ਵੀ ਆਰਾਮ ਨਾਲ ਕਿਤੇ ਵਿਸਥਾਰ ਹੋ ਜਾਂਦਾ ਜੀ ਆਪਣਾ ਵਚਨ, ਜਦੋਂ ਚੱਲਣ ਲੱਗ ਜਾਂਦੇ ਫਿਰ ਜੀ ਨਹੀਂ ਕਰਦਾ ਸਮਾਪਤੀ ਕਰਨ ਨੂੰ, ਫਿਰ ਮਨ ਜੁੜਿਆ ਹੁੰਦਾ। ਇਹੀ ਆਪਣੀ ਆਤਮਿਕ ਖੁਰਾਕ ਆ। ਸਰੀਰ ਦੀ ਖੁਰਾਕ ਦਾ ਆਪਾਂ ਰੋਜ਼ ਹੀ ਦੇਖ ਲਓ, ਪ੍ਰਸਾਦੇ ਵਾਰ-ਵਾਰ ਸਕਦੇ, ਭੁੱਖ ਲੱਗੀ ਜਾਂਦੀ ਆ। ਕਿ ਆਪਾਂ ਕਹਿੰਦੇ ਨਾ ਮਨ ਭਟਕਦਾ, ਉਹ ਮਨ ਤਾਂ ਹੀ ਭਟਕਦਾ ਜਦੋਂ ਆਪਾਂ ਇਹਨੂੰ ਦਿੰਦੇ ਨਹੀਂ ਖੁਰਾਕ। ਮਨ ਤਾਂ ਭਟਕਦਾ, ਮਨ ਹੁਣ ਨਹੀਂ ਭਟਕਦਾ ਪਿਆ ਕਿਉਂਕਿ ਹੁਣ ਇਹਨੂੰ ਮਿਲਦੀ ਪਈ ਆ ਖੁਰਾਕ। ਕਹਿੰਦੇ 12 ਮਿਸਲਾਂ ਬਣਾਈਆਂ ਸੀ, ਭੰਗੀ ਮਿਸਲ। ਅੱਜ ਕਹਿ ਦਿੰਦੇ ਆ ਕਈ ਮਾਤੜ ਜਿਹੜੇ ਪ੍ਰਚਾਰਕ ਆ ਨਾ, ਅਸੀਂ ਵੀ ਚਲੋ ਪੜ੍ਹੇ ਨਹੀਂ ਗਏ, ਬਸ ਇਹਨਾਂ ਦੇ ਆਪ ਸੰਗਤ ਦੇ ਵਿੱਚ ਹੀ ਆ ਸਾਰੀਆਂ ਬਰਕਤਾਂ। ਮਹਾਰਾਜ ਦੀਆਂ ਦਸਮ ਦੀਆਂ ਬਾਣੀਆਂ ਦੇ ਵਿੱਚ ਬਰਕਤਾਂ ਨੇ। ਕਹਿੰਦੇ ਨਾ ਵੀ ਗੁੰਗਾ ਵੀ ਬੋਲਣ ਲੱਗ ਜਾਂਦਾ। ਮਹਾਰਾਜ ਦੇ ਤਾਂ ਦਸਮ ਦੇ ਵਿੱਚ ਐਸੇ ਛੰਦ ਪਏ ਆ, ਕਹਿੰਦੇ ਜਿਵੇਂ ਕਿਸੇ ਨੂੰ ਵਿਦਿਆ ਨਹੀਂ ਨਾ ਪੜ੍ਹਨੀ ਆਉਂਦੀ, ਉਹ ਮਹਾਰਾਜ ਇੱਕ ਛੰਦ ਲਿਖਦੇ ਆ, ਕਹਿੰਦੇ ਤੇਰੇ ਜੋਰ ਗੁੰਗਾ ਕਹਿਤਾ। ਕਹਿੰਦੇ ਆਪਣੇ ਆਪ ਨੂੰ ਗੁੰਗਾ ਦੱਸਦੇ ਮਹਾਰਾਜ ਦੇ।
ਕਹਿੰਦੇ ਆਪ ਜੀ ਦੇ ਜ਼ੋਰ ਦੇ ਨਾਲ ਮਹਾਰਾਜ ਮੈਂ ਗੂੰਗਾ ਬੋਲਦਾ ਪਿਆ। ਕਹਿੰਦੇ ਤੇਰੇ ਜ਼ੋਰ ਸੋ ਕਹੋ ਐਸੇ ਛੰਦ ਬੜੇ ਆਏ ਭਾਰੀ। ਕਹਿੰਦੇ ਜੇ ਉਹਦਾ ਹੀ ਜਾਪ ਕਰੀ ਜਾਈਏ ਨਾ ਆਪਾਂ, ਵਿਦਿਆ ਆਪ ਹੀ ਪੜ੍ਹਨੀ ਆ ਜਾਂਦੀ ਆ। ਹੁਣ ਅਸੀਂ ਕੋਈ ਆਪਣਾ ਵੀ ਆਹ ਖਾਲਸੇ ਦੇ ਤੁਹਾਡੇ ਆਪ ਦੀ ਸੰਗਤਾਂ ਦੇ ਚਰਨਾਂ ਦੇ ਵਿੱਚੋਂ ਹੀ ਸਾਨੂੰ ਬਖਸ਼ਿਸ਼ਾਂ ਹੋਈਆਂ ਨੇ। ਦਸਮ ਦੀਆਂ ਬਾਣੀਆਂ ਦੇ ਵਿੱਚੋਂ ਸਾਨੂੰ ਉਹ ਬੁਲਾ ਰਹੇ ਆ, ਮਹਾਰਾਜ ਬੁਲਾ ਰਹੇ ਆ, ਨਹੀਂ ਤੇ ਆਪਾਂ ਨੂੰ ਕੁਛ ਨਹੀਂ ਸਾਧ ਸੰਗਤ ਜੀ ਆਉਂਦਾ। ਕਹਿੰਦੇ ਆ ਜਿਹੜੇ ਮਹੱਤੜ ਪ੍ਰਚਾਰਕ ਕਰਦੇ ਆ, ਕਹਿੰਦੇ ਵੀ ਇਹ ਇਤਿਹਾਸ ਦੇ ਵਿੱਚ ਤਾਂ ਰਲਾ ਹੋ ਗਿਆ ਵੀ ਜਿਵੇਂ ਕੋਈ ਉੱਥੇ ਸੁੱਖੇ ਦਾ ਪ੍ਰਸੰਗ ਆ ਜਾਂਦਾ ਜੀ, ਇਤਿਹਾਸ ਦੇ ਵਿੱਚ ਸੁੱਖੇ ਦਾ ਪ੍ਰਸੰਗ ਆ ਗਿਆ, ਜਾਂ ਬੱਕਰੇ ਝਟਕਣ ਦਾ ਵੀ ਆ ਜਾਂਦਾ ਜੀ। ਉਹ ਕਹਿੰਦੇ ਸੁੱਖੇ ਦਾ ਤਾਂ ਕਿਸੇ ਰਲਾ ਕਰ ਦਿੱਤਾ ਹੋਣਾ, ਕਿਸੇ ਨੇ ਮਿਕਸ ਕਰਤੀ ਹੋਣੀ ਆ ਕਿਸੇ ਨੇ। ਪਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸੁੱਖੇ ਦਾ ਬੜਾ ਪ੍ਰਸੰਗ ਆਉਂਦਾ। ਮਹਾਰਾਜ ਨੇ ਉੱਥੇ ਦੱਸਿਆ ਵੀ ਇਹ ਕਿਹੜਾ ਹੱਕਦਾਰ ਕਿਹੜਾ ਨਹੀਂ ਹੱਕਦਾਰ ਹੈਗਾ ਛਕਣ ਵਾਲਾ। ਉਹ ਇਹ ਤਾਂ ਗੱਲ ਦੱਸਦੇ ਨਹੀਂ ਪ੍ਰਚਾਰਕ, ਬਸ ਉਹ ਕਹਿੰਦੇ ਇਹ ਗੱਲ ਹੀ ਰਿਜੈਕਟ ਹੀ ਆ ਇਹ। ਫਿਰ ਜਿਹੜਾ ਰਿਜੈਕਟ ਕਰੇ ਨਾ ਸਾਧ ਸੰਗਤ ਜੀ, ਉਹਦੀ ਤਾਂ ਗੱਲ ਹੀ ਨਹੀਂ ਮੰਨਣੀ, ਉਹ ਤਾਂ ਆਪਾਂ ਹੀ ਪਹਿਲਾਂ ਹੀ ਰਿਜੈਕਟ ਕਰ ਦੇਣਾ। ਕਿਉਂਕਿ ਮਹਾਰਾਜ ਆਪਣੀ ਬਾਣੀ 'ਚ ਦੱਸਦੇ ਆ ਪਹਿਲਾਂ ਵੀ ਆਪਣਾ, ਕਹਿੰਦੇ ਕਹਾ ਬੁੱਧ ਪ੍ਰਭ ਤੁੱਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਇਹ ਗੱਲ ਨਹੀਂ ਕੋਈ ਪ੍ਰਚਾਰਕ ਕਹਿੰਦਾ ਵੀ ਮੇਰੀ ਬੁੱਧੀ ਕਿੱਥੇ ਆ। ਉਹ ਤਾਂ ਕਹਿੰਦਾ ਮੈਂ ਜੋ ਦੱਸ ਰਿਹਾ ਭਾਈ ਉਹੀ ਸੱਤ ਆ, ਮੈਂ ਫਲਾਣੇ ਗ੍ਰੰਥਾਂ 'ਚੋਂ ਪੜ੍ਹਿਆ, ਮੈਂ ਉੱਥੋਂ ਰਿਸਰਚ ਕਰੀ ਆ। ਉਹ ਆਪਣੀ ਸਿਆਣਪ ਹੀ ਵਰਤੀ ਜਾਂਦਾ, ਉਹਨੂੰ ਇਹ ਨਹੀਂ ਪਤਾ ਬਾਣੀ ਦੇ ਵਿੱਚ ਸਾਡੇ ਪਿਤਾ ਕੀ ਕਹਿ ਰਹੇ ਆ। ਉਹ ਬਾਣੀ ਦੇ ਵਿੱਚ ਸਾਧ ਸੰਗਤ ਜੀ ਦਸਮ ਪਾਤਸ਼ਾਹ ਨੇ ਹੱਕਦਾਰ ਦੱਸਿਆ ਵੀ ਕਿਹੜਾ ਛਕਣ ਦਾ ਹੱਕਦਾਰ ਆ। ਸੁੱਖਾ ਕਹਿੰਦੇ ਭੰਗ ਖਾਏ ਭੱਟ ਪਿੜੈ ਗੱਜਣ ਕੇ ਦਾਂਤ ਉਖਾਰ ਹੈ। ਕਹਿੰਦੇ ਭੰਗ ਛਕ ਕੇ ਨਾ ਸੂਰਮਾ ਜਿਹੜਾ ਉਹ ਫਿਰ ਭਿੜਦਾ ਆ ਜੰਗ ਦੇ ਵਿੱਚ। ਫਿਰ ਕਹਿੰਦੇ ਹਾਥੀ ਦੇ ਦੰਦ ਵੀ ਅਖਾੜ ਸਕਦਾ ਉਹ। ਇਹ ਨਹੀਂ ਵੀ ਇਕੱਲਾ ਸੁੱਖੇ ਦੇ ਨਾਲ ਹੀ ਹੁੰਦੀ ਆ, ਵੀ ਨਾਲ ਬਾਣੀਆਂ ਵੀ ਤਾਂ ਪੜ੍ਹ ਹੀ ਰਹੇ ਆ ਸਿੰਘ। ਸੁੱਖਾ ਕਿਹੜਾ ਐਂ ਹੀ ਲਾ ਲੈਂਦੇ ਆ ਜੀ, ਕਿੰਨੀਆਂ ਬਾਣੀਆਂ ਅਗਲੇ ਪੜ੍ਹਦੇ ਆ ਵਿੱਚ, ਬੇਅੰਤ ਬਾਣੀਆਂ ਦੇ ਜਾਪ ਹੁੰਦੇ ਪਹਿਲਾਂ। ਭਾਂਗ ਖਾਏ ਪੱਟ ਪਿੜੈ ਗੱਜਣ ਕੇ ਦਾਂਤ ਉਖਾਰੇ, ਹਾਥੀ ਦੇ ਦੰਦ ਵੀ ਅਖਾੜ ਕੇ ਦਿਖਾਏ ਵੀ। ਫਿਰ ਭਾਈ ਬਚਿੱਤਰ ਸਿੰਘ ਜੀ ਤੋਂ ਮਾਰੀ ਨਹੀਂ ਲੱਗਣੀ। ਕਹਿੰਦੇ ਭਾਂਗ ਖਾਏ ਪੱਟ ਪਿੜੈ ਗੱਜਣ ਕੇ ਦਾਂਤ ਉਖਾਰੇ, ਸਿਮਟ ਸਾਂਗ ਸੰਗ ਰਹਿ ਸਾਰ ਸਨਮੁਖ ਹੋਇਆ ਝਾਰ ਹੈ। ਕਹਿੰਦੇ ਸਾਂਗ ਫੜ ਕੇ ਨਾ, ਇਹ ਇੱਕ ਤਾਂ ਬਰਛੀ ਹੁੰਦੀ ਆ, ਉਹ ਇੱਕ ਪੂਰੀ ਲੋਹੇ ਦੀ ਹੀ ਹੁੰਦੀ ਆ, ਲੱਕੜ ਦਾ ਸੋਟਾ ਨਹੀਂ ਨਾਲ ਲੱਗਿਆ ਹੁੰਦਾ, ਉਹਨੂੰ ਸਾਂਗ ਕਹਿੰਦੇ ਆ। ਕਹਿੰਦੇ ਸਾਂਗ ਫੜ ਕੇ ਨਾ, ਕਹਿੰਦੇ ਫਿਰ ਸ਼ਸਤਰ ਝੱਲਦਾ ਵੀ ਆਪਣੇ ਤੇ ਸੂਰਮਾ। ਫਿਰ ਦੱਸਦੇ ਵੀ ਕਿਹੜਾ ਨਹੀਂ ਹੱਕਦਾਰ, ਸੂਰਮਾ ਹੱਕਦਾਰ ਆ। ਹੱਕਦਾਰ ਕਿਹੜਾ ਨਹੀਂ ਹੈਗਾ, ਕਹਿੰਦੇ ਤੈ ਮੂਜੀ ਵੀ ਭਾਂਗ ਕਹੋ ਕਾ ਕਾਜ ਸਵਰ ਹੈ। ਤੂੰ ਮੂਰਖਾ ਕੀ ਛੱਕ ਕੇ ਕਹਿੰਦੇ ਆਪਣਾ ਵੀ ਕੀ ਕਾਜ ਸਵਾਰਿਆ ਤੂੰ। ਹੋ ਹੋਇਆ ਕੈ ਮ੍ਰਿਤਕ ਸਮਾਨ ਜਾਏ ਅਹੁਦੇ ਮੁਖ ਪਰ ਹੈ। ਕਹਿੰਦੇ ਤੂੰ ਤਾਂ ਮ੍ਰਿਤਕ ਸਮਾਨ, ਮੁਰਦੇ ਦੇ ਸਮਾਨ ਹੋ ਗਏ, ਮੂਧੇ ਮੂੰਹ ਲੇਟ ਗਿਆ। ਜਿਹੜਾ ਸੋਚ ਵੇ ਇਹਨੂੰ ਪੀ ਕੇ ਕਹਿ ਦਈਏ, ਕਹਿੰਦੇ ਉਹਦੇ ਕੰਮ ਦੀ ਨਹੀਂ ਹੈਗੀ ਇਹ ਚੀਜ਼। ਕਹਿੰਦੇ ਸੂਰਮੇ ਦਾ ਛਕਣ ਵਾਲਾ ਹੈ ਪਦਾਰਥ, ਸਿੰਘ ਸਕਦੇ, ਇਹਦੀ ਮਰਿਆਦਾ ਸੁੱਖੇ ਦੀ ਇਹ ਆ। ਜਿਹੜੇ ਸਾਧ ਸੰਗਤ ਜੀ ਬੱਕਰੇ ਝਟਕੇ ਜਾਂਦੇ ਆ, ਉਹ ਸ਼ਸਤਰਾਂ ਨੂੰ ਤਿਲਕ ਦਿੱਤਾ ਜਾਂਦਾ। ਤੇ ਖਾਲਸੇ ਦੇ ਵਿੱਚ ਸੂਰਮਤਾਈ ਦਾ ਗੁਣ ਭਰਨ ਲਈ ਕੱਲ੍ਹ ਵੀ ਗਿਆਨੀ ਗੁਰਦਿਆਲ ਸਿੰਘ ਜੀ ਆਪਣੇ ਵੱਡੇ ਮਹਾਂਪੁਰਖ, ਉਹਨਾਂ ਨੇ ਦੱਸਿਆ ਕਥਾ ਦੇ ਵਿੱਚ, ਕਹਿੰਦੇ ਉਹ ਬੱਕਰੇ ਝਟਕਣ ਦੇ ਨਾਲ ਤਾਂ ਇੱਕ ਆਪਣਾ ਵੀ ਜੇ ਕਿਸੇ ਨੇ ਪਹਿਲੀ ਵਾਰੀ ਕੋਈ ਖੂਨ ਦੇਖਿਆ ਹੋਵੇ ਨਾ, ਅਗਲਾ ਘਬਰਾ ਜਾਂਦਾ। ਬੱਕਰੇ ਝਟਕਦੇ ਰਹਿੰਦੇ ਆ ਦਲਾਂ ਪੰਥਾਂ ਦੇ ਵਿੱਚ, ਨਾਲੇ ਦਾ ਮਰਿਆਦਾ ਪੂਰੀ ਹੁੰਦੀ ਕਿਉਂ ਸ਼ਸਤਰਾਂ ਨੇ। ਉਹ ਗਿਆਨੀ ਜੀ ਕਹਿੰਦੇ, ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਮਹਾਂਪੁਰਖ ਆਪ ਜੀ ਨੇ ਸੁਣਿਆ ਹੋਣਾ, ਉਹ ਕਹਿੰਦੇ ਵੀ ਇਹਨਾਂ ਨੇ ਜੂਸ ਥੋੜੀ ਪੀਣਾ, ਹੋਰ ਸ਼ਸਤਰਾਂ ਨੇ ਇਹਨਾਂ ਦੀ ਖੁਰਾਕ ਹੀ ਇਹ ਆ, ਇਹਨਾਂ ਨੇ ਰਕਤ ਹੀ ਇਹਨਾਂ ਨੇ ਛਕਣਾ। ਚੰਡੀ ਰਕ ਸੁਖਾਣੀ ਕਹਿੰਦੇ, ਇਹ ਚੰਡੀ ਆ ਇਹਨਾਂ ਦਾ ਖੁਰਾਕ ਆ, ਇਹਨਾਂ ਦੇ ਤਿਲਕ ਲੱਗਦੇ ਆ, ਬੱਕਰੇ ਝਟਕੇ ਜਾਂਦੇ ਆ। ਉਹ ਫਿਰ ਜਦੋਂ ਬੱਕਰਾ ਝਟਕੀਦਾ ਆ ਤੇ ਆਪਣੇ ਵਿੱਚ ਵੀ ਵੀਰ ਰਸ ਭਰਦਾ। ਫਿਰ ਜੇ ਕਿਤੇ ਦੁਸ਼ਮਣ ਨੂੰ ਵੀ ਝਟਕਣਾ ਪੈ ਜਾਵੇ ਤਾਂ ਘਬਰਾਉਂਦਾ ਨਹੀਂ ਫਿਰ ਬੰਦਾ। ਜੇ ਪਹਿਲੀ ਵਾਰੀ ਕੱਟ ਵੱਟ ਦੇਖ ਲਵੇ ਤਾਂ ਘਬਰਾ ਵੀ ਜਾਂਦੇ ਆ। ਫਿਰ ਇਹ ਸਾਧ ਸੰਗਤ ਜੀ ਕਹਿੰਦੇ ਜਿਹੜੀ ਬੱਕਰੇ ਝਟਕਣ ਦੀ ਮਰਿਆਦਾ ਹੈ ਗੁਰੂ ਨਾਨਕ ਸਾਹਿਬ ਤੋਂ ਹੀ ਆਪਣਾ ਸ਼ੁਰੂ ਹੋ ਗਈ। ਕਿੱਦਾਂ ਸ਼ੁਰੂ ਹੋ ਗਈ? ਇੱਦਾਂ ਬੱਕਰੇ ਝਟਕਣ ਦੇ ਉਹ ਪਰਿਵਰਤਨ ਜ਼ਰੂਰ ਆ ਗਿਆ, ਮਤਲਬ ਸ਼ੁਰੂ ਉੱਥੋਂ ਹੋ ਗਿਆ। ਪਹਿਲਾਂ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਦੋ ਸੁਪੁੱਤਰ ਸੀਗੇ, ਬਾਬਾ ਲਖਮੀ ਚੰਦ ਜੀ ਤੇ ਬਾਬਾ ਸ਼੍ਰੀ ਚੰਦ ਜੀ,
ਬਾਬਾ ਲਖਮੀ ਦਾਸ ਜੀ, ਬਾਬਾ ਸ਼੍ਰੀ ਚੰਦ ਜੀ। ਕਹਿੰਦੇ ਬਾਬਾ ਲਖਮੀ ਚੰਦ ਜੀ ਜਿਹੜੇ ਸੀਗੇ ਉਹ ਤਿਆਰ ਬਰ ਤਿਆਰ ਸੀਗੇ, ਸ਼ਸਤਰਧਾਰੀ ਸੀ। ਫਿਰ ਸ਼ਸਤਰਧਾਰੀ ਦਾ ਕੰਮ ਕੀ ਹੁੰਦਾ? ਸ਼ਿਕਾਰ ਖੇਡਣੇ। ਉਹ ਸ਼ਿਕਾਰ ਖੇਡ ਕੇ ਲਿਆਉਂਦੇ ਸੀਗੇ। ਜਿਹੜੇ ਆਪਣੇ ਬਾਬਾ ਸ਼੍ਰੀ ਚੰਦ ਜੀ ਸੀਗੇ ਉਹ ਉਦਾਸੀ ਮੱਤ ਸੀ ਉਹਨਾਂ ਦਾ, ਉਹ ਸਾਧੂ ਬਿਰਤੀ ਸੀ। ਹਰੇਕ ਕੋਈ ਕਹਿੰਦੇ ਸਾਧਾਂ ਦੇ ਵੀ ਵੱਖੋ ਵੱਖਰੇ ਸਾਧ ਨੇ, ਜਿਵੇਂ ਸਵਾਈਆਂ ਦੇ ਵਿੱਚ ਆਉਂਦਾ ਬਚਨ। ਉਹ ਕਹਿੰਦੇ ਵੀ ਇੱਕ ਦਿਨ ਉਹ ਨਾ ਕੋਈ ਜਾਨਵਰ ਮਾਰ ਕੇ ਲੈ ਆਏ ਬਾਬਾ ਲਖਮੀ ਚੰਦ ਜੀ, ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਇਹ ਤੁਸੀਂ ਲੇਖਾ ਦੇਣਾ ਪਊਗਾ ਤੁਹਾਨੂੰ, ਵੀ ਇਹ ਤੁਸੀਂ ਜਿਹੜਾ ਜੀਵ ਘਾਤ ਕਰਦੇ ਹੋ ਨਾ, ਵੀ ਇਹ ਤੁਸੀਂ ਜੀਵਾਂ ਨੂੰ ਮਾਰਦੇ ਹੋ, ਇਹ ਤੁਹਾਨੂੰ ਲੇਖਾ ਦੇਣਾ ਪਊਗਾ। ਉਹ ਲਖਮੀ ਦਾਸ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਵੀ ਲੇਖਾ ਦੇਣਾ ਪਊ ਸਾਨੂੰ, ਪਹਿਲਾਂ ਕਹਿੰਦੇ ਲੇਖਾ ਹੀ ਦੇ ਆਈਏ। ਕਹਿੰਦੇ ਉਹ ਸਣੇ ਘੋੜੇ ਤੇ ਉਹਨਾਂ ਦਾ ਪੁੱਤਰ ਸੀਗਾ, ਤੇ ਨਾਲ ਉਹਨਾਂ ਦਾ ਕੂਕਰ ਵੀ ਇੱਕ ਸਣੇ ਆਕਾਸ਼ 'ਚ ਉੱਡ ਗਏ। ਕਹਿੰਦੇ ਉਹ ਫਿਰ ਉਹਨਾਂ ਦਾ ਸੇਵਕ ਸੀਗਾ ਕੋਈ ਆਪਣਾ ਬਾਬਾ ਸ਼੍ਰੀ ਚੰਦ ਜੀ ਦਾ ਭਾਈ ਕਮਲੀਆ ਜੀ, ਉਹਨਾਂ ਨੇ ਦੱਸਿਆ ਵੀ ਤੁਹਾਡਾ ਤਾਂ ਤੁਸੀਂ ਤਾਂ ਹੁਣ ਕੋਈ ਸ਼ਾਦੀ ਵਿਆਹ ਕਰਾਉਣਾ ਨਹੀਂ, ਤੁਹਾਡਾ ਤਾਂ ਵੰਸ਼ ਆਪਣਾ ਖਤਮ ਹੋ ਜਾਣਾ। ਕਹਿੰਦੇ 12 ਯੋਜਨ ਕਹਿੰਦੇ ਬਾਂਹ ਲੰਬੀ ਕਰਕੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਉਹ ਆਪਣੇ ਭਤੀਜੇ ਨੂੰ ਲਾਇਆ। ਕਹਿੰਦੇ ਉਹ ਤੁਸੀਂ ਆਪਾਂ ਸਾਰੇ ਤਸਵੀਰ ਪਹਿਲਾਂ ਬੜੀ ਚੱਲਦੀ ਹੁੰਦੀ ਸੀਗੀ ਬਾਬਾ ਸ਼੍ਰੀ ਚੰਦ ਜੀ ਦੀ, ਉਹਨਾਂ ਨੇ ਬਾਂਹ ਲੰਬੀ ਕਰਕੇ ਐ ਪੁੱਤਰ ਨੂੰ ਲਾ ਰਹੇ ਆ ਤੇ ਉਹ ਅੱਗੇ ਘੋੜੇ ਤੇ ਚੜੇ, ਸ਼ਾਇਦ ਤੁਸੀਂ ਦਰਸ਼ਨ ਕਰੇ ਵੀ ਹੋਣਗੇ। ਗੁਰੂ ਨਾਨਕ ਸਾਹਿਬ ਜੀ ਦੇ ਹੁਣ ਪੁੱਤਰ ਸੀਗੇ, ਉਹਨਾਂ ਦੇ ਘਰੇ ਹੀ ਹੋਣਾ ਸਾਡਾ ਪੁੱਤਰ ਆ, ਇਹ ਜੋ ਕੋਈ ਛਕੂਗਾ ਸਾਡੇ ਘਰੇ ਹੀ ਛਕੂਗਾ। ਕਹਿੰਦੇ ਸਾਡੇ ਘਰ ਦੇ ਵਿੱਚ ਹੀ ਆਪਣਾ ਮਹਾਰਾਜ ਦੇ ਘਰ ਦੇ ਵਿੱਚ ਹੀ ਡਲੇ ਬਣਦੇ ਹੁੰਦੇ ਸੀਗੇ। ਫਿਰ ਸਾਧ ਸੰਗਤ ਜੀ ਇੱਕ ਦਿਨ ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਦਾ ਮੇਲਾ ਲੱਗਿਆ, ਸੂਰਜ ਗ੍ਰਹਿਣ ਦਾ ਮੇਲਾ ਲੱਗਿਆ, ਤੇ ਗੁਰੂ ਨਾਨਕ ਸਾਹਿਬ ਜਾਂਦੇ ਹੀ ਉੱਥੇ ਸੀ ਜਿੱਥੇ ਇਕੱਠ ਹੁੰਦਾ ਸੀਗਾ। ਹੁਣ ਤੁਹਾਡੇ ਇਕੱਠ ਦੇ ਵਿੱਚ ਹੀ ਕੋਈ ਗੱਲਬਾਤ ਕਰਨ ਦਾ ਚਲੋ ਇੱਥੇ ਤਾਂ ਆਪਾਂ ਨੂੰ ਬਹਾਨਾ ਮਿਲ ਗਿਆ। ਹੁਣ ਉੱਥੇ ਜਦੋਂ ਬੜਾ ਭਾਰੀ ਇਕੱਠ ਹੋਇਆ ਉਹਨਾਂ ਦੀ ਬਾਹਮਣਾਂ ਦੀ ਉੱਥੇ ਇੱਕ ਮਰਿਆਦਾ ਸੀ ਵੀ ਅਸੀਂ ਇੱਥੇ ਚੁੱਲ੍ਹਾ ਨਹੀਂ ਬਾਲ ਸਕਦੇ। ਹੁਣ ਆਪਣੇ ਵੀ ਜਿਵੇਂ ਹੁਣ ਆਪਣੇ ਕਈ ਮਰਿਆਦਾ ਹੈਗੀਆਂ ਨੇ, ਤੰਬਾਕੂ ਨਹੀਂ ਆਪਾਂ ਐਂਟਰ ਹੋਣ ਦਿੰਦੇ, ਜੇ ਕੋਈ ਆਪਣੇ ਐਂਟਰ ਕਰ ਦੇਵੇ ਫਿਰ ਆਪਾਂ ਜੂਤ ਹੀ ਫੇਰਾਂਗੇ ਉਹਦੇ। ਉਹਨਾਂ ਦੀ ਮਰਿਆਦਾ ਸੀ ਵੀ ਆਪਾਂ ਇੱਥੇ ਚੁੱਲ੍ਹਾ ਨਹੀਂ ਬਾਲਣਾ। ਮਹਾਰਾਜ ਤਾਂ ਜਾ ਕੇ ਆਸਣ ਲਾ ਲਏ ਉੱਥੇ ਕੁਰੂਕਸ਼ੇਤਰ। ਫਿਰ ਇੱਕ ਕਹਿੰਦੇ ਕੋਈ ਰਾਜਾ ਨਾ ਹਾਰ ਗਿਆ ਜੰਗ ਦੇ ਵਿੱਚ, ਆਪਣਾ ਵੀ ਰਾਜ ਹਾਰ ਗਿਆ, ਨਾਲ ਉਹਦੀ ਕਹਿੰਦੇ ਕੋਈ ਮਾਤਾ ਸੀਗੀ ਨਾਲ। ਉਹ ਕਹਿੰਦਾ ਵੀ ਮਾਤਾ ਜੀ ਵੀ ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਆਏ ਆ, ਵੀ ਪੂਰੇ ਗੁਰੂ ਨੇ, ਅਸੀਂ ਸੁਣਿਆ ਵੀ ਪੂਰੇ ਗੁਰੂ ਆ, ਵੀ ਉਹਨਾਂ ਦੇ ਦਰਸ਼ਨ ਕਰ ਲਈਏ ਆਪਾਂ ਨੂੰ ਫਿਰ ਸ਼ਾਇਦ ਆਪਣਾ ਰਾਜ ਪ੍ਰਾਪਤ ਹੋ ਜੇ, ਵੀ ਆਪਾਂ ਦਰਸ਼ਨ ਕਰੀਏ। ਫਿਰ ਕਹਿੰਦਾ ਵੀ ਮਾਤਾ ਜੀ ਖਾਲੀ ਹੱਥ ਜਾਣਾ ਵੀ ਨਹੀਂ ਚੰਗਾ, ਵੀ ਸਾਧੂ ਮਹਾਤਮਾ ਦੇ ਦਰਸ਼ਨ ਕਰਨ ਜਾਈਦੇ ਆ, ਵੀ ਖਾਲੀ ਹੱਥ ਥੋੜ੍ਹੀ ਜਾਈਦਾ। ਕਹਿੰਦੇ ਵੀ ਕੋਈ ਲੈ ਜਾਈਏ ਆਪਾਂ, ਕਹਿੰਦੇ ਪਰ ਆਪਣੇ ਕੋਲ ਕੋਈ ਪੈਸੇ ਤਾਂ ਕੋਈ ਹੈ ਨਹੀਂ। ਉਹਦੀ ਮਾਤਾ ਕਹਿੰਦੀ ਤੂੰ ਛਤਰੀ ਆ। ਛਤਰੀ ਕਹਿੰਦੇ ਸ਼ਸਤਰਧਾਰੀ ਨੂੰ ਪਹਿਲਾਂ ਵੀ ਆਪਾਂ ਵਿਚਾਰ ਕਰ ਲਿਆ। ਕਹਿੰਦੇ ਵੀ ਤੂੰ ਕੋਈ ਮਿਰਗ ਕੋਈ ਜਾਨਵਰ ਮਾਰ ਕੇ ਲੈ ਚੱਲ। ਕਹਿੰਦੇ ਉਹਨਾਂ ਨੇ ਮਿਰਗ ਹਿਰਨ ਮਾਰ ਲਿਆ ਜੀ, ਮਾਰ ਕੇ ਚੱਕ ਕੇ ਗੁਰੂ ਨਾਨਕ ਸਾਹਿਬ ਦੇ ਭੇਟਾ ਕੀਤਾ। ਉੱਥੇ ਭੇਟਾ ਜਦੋਂ ਕਰਿਆ ਮਹਾਰਾਜ ਨੇ ਆਸ਼ੀਰਵਾਦਾਂ ਦਿੱਤੀਆਂ, ਭਾਈ ਤੁਹਾਨੂੰ ਫਿਰ ਨਾਮ ਬਾਣੀ ਜਪੋ, ਤੁਹਾਨੂੰ ਫਿਰ ਪ੍ਰਾਪਤ ਹੋ ਜਾਊਗਾ ਰਾਜ। ਸਿੱਖਾਂ ਨੂੰ ਕਹਿਤਾ ਵੀ ਇਹਦੇ ਪੀਸ ਬਣਾਓ, ਛੋਟੇ ਛੋਟੇ ਡਲੇ ਬਣਾਓ, ਇਹਦੇ ਡਲੇ ਬਣਾ ਕੇ ਇਹਨੂੰ ਚੁੱਲ੍ਹੇ ਚਾੜੋ। ਗੱਲ ਕੀ ਉੱਧਰ ਉਹਨਾਂ ਦੀ ਮਰਿਆਦਾ ਸੀ ਵੀ ਚੁੱਲ੍ਹਾ ਨਹੀਂ ਬਾਲ ਸਕਦੇ, ਮਹਾਰਾਜ ਨੇ ਚੁੱਲ੍ਹਾ ਵੀ ਬਾਲਿਆ ਤੇ ਉਹ ਮਾਸ ਵੀ ਰਿੰਨਣਾ ਸ਼ੁਰੂ ਕਰਤਾ। ਜਦੋਂ ਫਿਰ ਉਹ ਗਰਮੋ ਗਰਮੀ ਹੋ ਕੇ ਉਹਨਾਂ ਨੂੰ ਆਉਣਾ ਹੀ ਪੈਣਾ ਸੀਗਾ। ਉਹ ਜਦੋਂ ਗਰਮੋ ਗਰਮੀ ਆਏ, ਕਹਿੰਦੇ ਵੀ ਹੁਣ ਇਹਨੂੰ ਸਜ਼ਾ ਦਈਏ, ਵੀ ਇਹਨੇ ਸਾਡੀ ਸਾਰੀ ਮਰਿਆਦਾ ਦਾ ਉਲੰਘਣ ਕਰਕੇ ਰੱਖਤਾ, ਵੀ ਇੱਕ ਤਾਂ ਅਸੀਂ ਤਾਂ ਚੁੱਲ੍ਹਾ ਵੀ ਨਹੀਂ ਬਾਲ ਸਕਦੇ, ਮਾਸ ਵੀ ਰਿੰਨਣਾ ਸ਼ੁਰੂ ਕਰਤਾ। ਉਹ ਜਦੋਂ ਆਏ, ਉਹਨਾਂ ਦਾ ਇੱਕ ਨਾਨੂ ਪੰਡਤ ਆਗੂ ਸੀਗਾ। ਜਦੋਂ ਗਰਮੋ ਗਰਮੀ ਆਈ, ਮਹਾਰਾਜ ਨੇ ਕਿਹਾ ਭਾਈ ਵਿਚਾਰ ਕੋਈ ਚਰਚਾ ਕਰੋ। ਜਿਹੜਾ ਨਹੀਂ ਵਿਦਿਆਵਾਨ ਹੁੰਦਾ ਨਾ, ਉਹਨੂੰ ਹੰਕਾਰ ਹੁੰਦਾ ਆਪਣੀ ਵਿਦਿਆ ਤੇ। ਉਹ ਕਹਿੰਦਾ ਚਲੋ ਕਰੋ, ਵੀ ਮੈਂ ਤਾਂ ਪੜ੍ਹਿਆ ਲਿਖਿਆ ਵਾਂ, ਮੈਂ ਤਾਂ ਗੱਲ ਨਹੀਂ ਆਉਣ ਦੇਣੀ। ਮਹਾਰਾਜ ਕਹਿੰਦੇ ਵਿਚਾਰ ਕਰੋ। ਕਹਿੰਦੇ ਵਿਚਾਰ ਜਦੋਂ ਚੱਲਿਆ, ਉਹੀ ਵਿਚਾਰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਨੇ ਲਿਖਿਆ 1299 ਅੰਗ ਦੇ ਉੱਤੇ ਦਰਜ ਆ, ਉਹ ਮਲਹਾਰ ਰਾਗ ਦੇ ਵਿੱਚ
ਤੁਸੀਂ ਦਰਸ਼ਨ ਵੀ ਕਰ ਸਕਦੇ ਆ। ਉਹ ਜਿਹੜਾ ਆਪਸ ਦੇ ਵਿੱਚ ਨਾਨੂ ਪੰਡਤ ਦੇ ਨਾਲ ਮਹਾਰਾਜ ਦਾ ਸੰਵਾਦ ਹੋਇਆ, ਮਹਾਰਾਜ ਫਿਰ ਦੱਸਦੇ ਆ, ਕਹਿੰਦੇ ਵੀ ਤੂੰ ਮਾਸ ਤੋਂ ਕਰਦਾ, ਕਹਿੰਦੇ ਪਹਿਲਾ ਮਾਸੋ ਨਿੰਮਿਆ, ਬਾਣੀ ਦਾ ਸ਼ਬਦ ਆ ਜੀ, ਇੱਕ ਅੰਗ ਪੂਰਾ ਮਾਸ ਦੇ ਉੱਤੇ ਲਿਖਿਆ। ਕਹਿੰਦੇ ਪਹਿਲਾ ਮਾਸੋ ਨਿੰਮਿਆ, ਮਾਸੇ ਅੰਦਰ ਵਾਸ। ਪਹਿਲਾ ਮਾਸੋ ਨਿੰਮਿਆ ਦੇ ਅਰਥ ਜਦੋਂ ਇਸਤਰੀ ਮਰਦ ਇਕੱਠੇ ਹੁੰਦੇ, ਕਹਿੰਦੇ ਉਹ ਜਦੋਂ ਬੱਚੇ ਦਾ ਨੀਂਹ ਪੱਥਰ ਰੱਖਿਆ ਜਾਵੇ, ਕਹਿੰਦੇ ਉਹਨੂੰ ਕਹਿੰਦੇ ਨਿੰਮਿਆ, ਪਹਿਲਾ ਮਾਸੋ ਨਿੰਮਿਆ। ਫਿਰ ਮਾਸੇ ਅੰਦਰ ਵਾਸ, 9 ਮਹੀਨੇ ਮਾਤਾ ਦੇ ਪੇਟ ਦੇ ਵਿੱਚ ਵਾਸ ਹੁੰਦਾ ਬੱਚੇ ਦਾ, ਮਾਸੇ ਅੰਦਰ ਵਾਸ। ਕਹਿੰਦੇ ਪਹਿਲਾ ਮਾਸੋ ਨਿੰਮਿਆ, ਮਾਸੇ ਅੰਦਰ ਵਾਸ। ਫਿਰ ਜੀਓ ਪਾਏ ਮਾਸ ਮੋਹਿ ਮਿਲਿਆ, ਜਦੋਂ ਜੀਵਨ ਮਿਲਿਆ ਕਹਿੰਦੇ ਮਾਸ ਹੀ ਮਿਲਿਆ। ਹੱਡ ਚੰਮ ਤਨ ਮਾਸ, ਹੱਡੀਆਂ ਚਮੜੀ ਤਨ ਜਿਹੜਾ ਮਾਸ ਦਾ ਸਰੀਰ, ਕਹਿੰਦੇ ਜੀਓ ਪਾਏ ਮਾਸ ਮੋਹਿ ਮਿਲਿਆ, ਹੱਡ ਚੰਮ ਤਨ ਮਾਸ। ਫਿਰ ਮਾਸੋ ਬਾਹਰ ਕੱਢਿਆ ਮੰਮਾ ਮਾਸ ਗਰਾਸ, ਫਿਰ ਮਾਸ ਤੋਂ ਹੀ ਬਾਹਰ ਕੱਢਿਆ ਕਹਿੰਦੇ। ਫਿਰ ਖੁਰਾਕ ਵੀ ਪਹਿਲੀ ਮਾਸ ਦੀ ਹੋਈ, ਮਾਤਾ ਦਾ ਦੁੱਧ। ਅੰਦਰੋਂ ਵੀ ਸਾਧ ਸੰਗਤ ਜੀ ਮਾਸ ਹੀ ਆ, ਉਹ ਮਾਤਾ ਦੀ ਚਰਬੀ ਹੋਈ ਪਿਘਲ ਕੇ ਆ ਰਹੀ ਆ। ਜਿਹੜਾ ਦੁੱਧ ਆ ਰਿਹਾ ਉਹ ਕੀ ਆ, ਮਾਤਾ ਦੀ ਚਰਬੀ ਹੋਈ ਆ, ਉਹ ਵੀ ਮਾਸ। ਕਹਿੰਦੇ ਮੰਮਾ ਮਾਸ ਗਰਾਸ। ਫਿਰ ਕਹਿੰਦੇ ਮੂੰਹ ਮਾਸਿਆ ਕਾ, ਜੀਭ ਮਾਸਿਆ ਕੀ, ਮਾਸੇ ਅੰਦਰ ਸਾਸ। ਕਹਿੰਦੇ ਮੂੰਹ ਵੀ ਮਾਸ ਦਾ, ਜੀਭ ਵੀ ਮਾਸ ਦੀ, ਮਾਸ ਦੇ ਅੰਦਰ ਹੀ ਸਾਹ ਚੱਲਦੇ ਪਏ ਆ। ਫਿਰ ਵੱਡਾ ਹੋਇਆ ਵਿਆਹਿਆ, ਘਰ ਲੈ ਆਇਆ ਮਾਸ। ਵੱਡਾ ਜਦੋਂ ਹੋਇਆ ਵਿਆਹ ਆ ਗਿਆ, ਘਰੇ ਵੀ ਮਾਸ ਹੀ ਲੈ ਕੇ ਆਇਆ ਇਸਤਰੀ। ਵੱਡਾ ਹੋਇਆ ਵਿਆਹਿਆ, ਘਰ ਲੈ ਆਇਆ ਮਾਸ। ਫਿਰ ਮਾਸੋ ਹੀ ਮਾਸ ਊਪਜੈ, ਮਾਸ ਤੋਂ ਹੀ ਮਾਸ ਸਾਧ ਸੰਗਤ ਜੀ ਪੈਦਾ ਹੁੰਦਾ। ਮਾਸੋ ਸਭੋ ਸਾਕ, ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਸਭ ਮਾਸ ਦਾ ਹੀ ਪਸਾਰਾ ਸਾਰਾ। ਹੁਣ ਆਪਣਾ ਵੀ ਰਿਸ਼ਤਾ ਮਾਸ ਦਾ ਹੀ ਆ, ਜਿੰਨੇ ਆਪਣੇ ਸਕੇ ਸੰਬੰਧੀ ਸਾਰੇ ਮਾਸ ਦੇ ਹੀ ਬਣੇ ਆ। ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਹੁਕਮ ਬੁੱਝੀਆ ਤਾਂ ਕੋ ਆਵੇ ਰਾਸ, ਆਪ ਛੁੱਟੈ ਨਹਿ ਛੁੱਟੀਐ ਨਾਨਕ ਬਚਨ ਬਨਾਸ। ਫਿਰ ਇੱਕ ਸਭ ਤੋਂ ਵੱਡੀ ਗੱਲ ਮਹਾਰਾਜ ਨੇ ਦੱਸਤੀ ਵੀ ਮਾਸ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਮਾਸ ਮਾਸ ਕਰਕੇ ਜਿਹੜੇ ਝਗੜਦੇ ਆ ਨਾ ਵੀ ਤੂੰ ਮਾਸ ਖਾਣਾ ਮੈਂ ਨਹੀਂ ਖਾਂਦਾ, ਵੀ ਇਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਇਹਦਾ ਟੋਪਿਕ ਹੀ ਨਹੀਂ ਹੈਗਾ ਖਾਣ ਪੀਣ ਦਾ ਸਾਧ ਸੰਗਤ ਜੀ। ਗੱਲ ਤਾਂ ਅੰਦਰੋਂ ਜੁੜਨ ਦੀ ਆ ਨਾ। ਖਾਣਾ ਪੀਣਾ ਦਾ ਕਹਿੰਦੇ ਪਵਿੱਤਰ ਹੈ, ਦਿੱਤੋਂ ਨੇ ਰਿਜਕ ਸੰਭਾਲ। ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣਾ। ਜਿੰਨੇ 36 ਪਦਾਰਥਾਂ 'ਚ ਜਾਣਾ, ਉਨੀ ਮਾਸ ਦੇ ਵਿੱਚ ਵੀ ਜਾਣਾ। ਇਹ ਇੱਕ ਅੰਗ ਪੂਰਾ ਸਾਧ ਸੰਗਤ ਜੀ ਮਾਸ ਤੇ ਹੀ ਲਿਖਿਆ। ਕਹਿੰਦੇ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਸਿੰਘਾਂ ਦੇ ਵਿੱਚ ਬੱਕਰੇ ਝਟਕੇ ਜਾਂਦੇ, ਤਿਲਕ ਦਿੱਤੇ ਜਾਂਦੇ ਸ਼ਸਤਰਾਂ ਨੂੰ, ਸ਼ਸਤਰਾਂ ਦੀ ਇਹ ਖੁਰਾਕ ਆ। ਫਿਰ ਬਾਣੀ ਦਾ ਤਾਂ ਸਾਧ ਸੰਗਤ ਜੀ ਫਿਰ ਵਿਸਥਾਰ ਬਹੁਤ ਹੋ ਜਾਣਾ। ਹੁਣ ਇੰਨਾ ਭਾਰਾ ਦੇਖੋ, ਆਪਾਂ ਮੋਟੀਆਂ ਮੋਟੀਆਂ ਤੁਹਾਨੂੰ ਮਰਿਆਦਾ ਦੱਸਦੀ ਆ ਵੀ ਨਿਹੰਗ ਸਿੰਘਾਂ ਨੂੰ ਖਤਮ ਕਰਨ ਦੀਆਂ ਚਾਲਾਂ ਨੇ ਸ਼ੁਰੂ ਤੋਂ ਹੀ ਚੱਲਦੀਆਂ ਆ ਰਹੀਆਂ ਨੇ। ਇਹ ਸਰਕਾਰਾਂ ਨੇ ਬੜੀ ਲੰਬੀ ਸੋਚ ਕਰਕੇ ਆਪਣੇ ਤੇ ਵਾਰ ਕਰੇ, ਜਿਹੜੇ ਆਪਣੇ ਇਤਿਹਾਸ ਦੇ ਵਿੱਚ ਕੋਈ ਰਲਾਵ ਹੀ ਕਰ ਦਿੱਤਾ ਗਿਆ। ਕੋਈ ਉਹਨਾਂ ਦੀ ਰੂਪ ਰੇਖਾ ਬਦਲ ਦਿੱਤੀ ਗਈ ਇਤਿਹਾਸ ਦੇ ਵਿੱਚ। ਪਰ ਜੋ ਆਪਣੇ ਸਥਾਨ ਬਣੇ ਹੋਏ ਆ ਗੁਰੂ ਘਰ, ਜਿਵੇਂ ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਸੱਚਖੰਡ, ਹਜ਼ੂਰ ਸਾਹਿਬ, ਉਹ ਤਾਂ ਨਹੀਂ ਝੂਠੇ ਸਾਧ ਸੰਗਤ ਜੀ। ਜੋ ਗੁਰਬਾਣੀ ਨਾਲ ਆਪਾਂ ਸਿੱਧ ਕਰ ਸਕਦੇ ਹਾਂ ਉਹ ਤਾਂ ਨਹੀਂ ਝੂਠਾ, ਉਹ ਪਤਾ ਲੱਗ ਹੀ ਜਾਣਾ ਆਪਾਂ ਨੂੰ। ਬਾਣੀ ਜਿਹੜਾ ਪੜ੍ਹਦਾ ਉਹਨੂੰ ਕਦੀ ਨਹੀਂ ਆਪਣਾ ਸ਼ੰਕਾ ਹੁੰਦਾ ਗੁਰੂ ਤੇ। ਜਿਹਨੇ ਬਾਣੀ ਨਹੀਂ ਪੜ੍ਹਨੀ ਉਹਨੂੰ ਸ਼ੰਕਾ ਹੀ ਹੋਣਾ। ਜਿਹਨੇ ਕਿਤਾਬਾਂ ਪੜ੍ਹਨੀਆਂ ਉਹ ਸ਼ੰਕੇ ਪੈਦਾ ਹੋਣੇ। ਉਹਨਾਂ ਦੇ ਵਿੱਚ ਬੰਦੇ ਦਾ ਗਿਆਨ ਦਿੱਤਾ ਹੋਇਆ। ਇਹ ਜਿਹੜੀ ਧੁਰ ਕੀ ਬਾਣੀ ਆ ਸਦਾ ਹੀ ਧੁਰੋਂ ਆ ਰਹੀ ਆ। ਇਹ ਜੇ ਹੁਣ ਆਪਾਂ ਵੀ ਵਿਚਾਰ ਇੱਕ ਦੂਜੇ ਨਾਲ ਕਰਦੇ ਆ, ਆਪਾਂ ਕਿਹੜਾ ਹੁਣ ਕੰਠੋਂ ਪੜ੍ਹਦੇ ਪਏ ਬਾਣੀ, ਉਹ ਧੁਰੋਂ ਹੀ ਆ ਰਹੀ ਆ। ਅੰਦਰ ਵੀ ਧੁਰ ਹੀ ਆ, ਸਦਾ ਹੀ ਧੁਰ ਕੀ ਬਾਣੀ ਆ। ਇਹ ਖਾਲਸੇ ਦੀਆਂ ਐ ਰੋਹ ਰੀਤਾਂ ਨੇ ਜੀ। ਇਹ ਸ਼ਸਤਰਾਂ ਦੀ ਪੂਜਾ ਕਰਨੀ, ਫਿਰ ਉਹਨਾਂ ਨੂੰ ਅਖੀਰ ਤੇ ਤਿਲਕ ਦੇਣੇ। ਇੱਦਾਂ ਇਹ ਬ੍ਰਹਮ ਕਵਚ, ਹੋਰ ਚੰਡੀ ਚਰਿੱਤਰ ਜਾਂ ਵੀਰ ਰਸੀ ਬਾਣੀਆਂ ਨੇ,
ਉਹ ਮਹਾਰਾਜ ਨੇ ਐਸੀ ਵੀਰਤਾ ਭਰ ਦਿੱਤੀ। ਚੰਡੀ ਚਰਿੱਤਰ ਜਿਹੜਾ ਪਹਿਲਾ ਉਕਤ ਬਲਾਸ ਚੰਡੀ ਚਰਿੱਤਰ ਹੁੰਦਾ, ਜਿਹਦੇ ਦਾ ਆਪਾਂ ਪਹਿਲਾਂ ਵੀ ਪੜ੍ਹ ਕੇ ਗਏ ਆ। ਕਹਿੰਦੇ ਚੰਡ ਚਰਿੱਤਰ ਕਵਿਤਨ ਮੈਂ ਵਰਨਿਓ, ਸਭ ਹੀ ਰਸ ਰੁਦਰਮਈ ਹੈ। ਇੱਕ ਸਾਧ ਸੰਗਤ ਜੀ ਵੀਰ ਰਸ ਹੁੰਦਾ, ਇੱਕ ਰੋਦਰ ਰਸ ਹੁੰਦਾ ਆ। ਵੀਰ ਰਸ ਹੁੰਦਾ ਜਿਹੜਾ ਵੀ ਆਪਾਂ ਜੰਗ ਲੜਦੇ ਆ, ਆਪਾਂ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੁੰਦੀ ਆ, ਢਾਲ ਵੀ ਰੱਖਦੇ ਆ ਵੈਰੀ ਦੇ ਵਾਰ ਤੋਂ ਬਚਣ ਲਈ, ਇਹਨੂੰ ਕਹਿੰਦੇ ਵੀਰ ਰਸ। ਇੱਕ ਜਿਹੜਾ ਰੋਦਰ ਰਸ ਹੁੰਦਾ, ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦਾ ਸੂਰਮਾ, ਵੀ ਹੁਣ ਮਾਰ ਹੀ ਦਈਏ ਜਾਂ ਵੱਢੇ ਜਾਈਏ। ਉਹ ਰੋਦਰ ਰਸ ਪ੍ਰਗਟ ਕਰਦਾ ਚੰਡੀ ਚਰਿੱਤਰਾਂ ਦੀ ਬਾਣੀ ਦੇ ਵਿੱਚ। ਤਾਂ ਹੀ ਅਖਾੜ ਕੇ ਪੱਟਦੀਆਂ ਤੁਰਕਾਂ ਦੀਆਂ ਜੜ੍ਹਾਂ। ਬਾਕੀ ਮਹਾਰਾਜ ਦੀ ਕਿਰਪਾ ਦੇ ਨਾਲ ਚੱਲੀ ਜਾਂਦੇ ਆ ਜੱਗ ਮਹਾਜੱਗ। ਆਪ ਜੀ ਵੱਡੇ ਹੋ ਜੀ, ਜਿਹੜੇ ਇੰਨਾ ਕੁਛ ਦੇ ਲੋ, ਕਿੰਤੂ ਪਰੰਤੂ ਨਿੰਦਿਆ ਚੁਗਲੀ ਹੋ ਰਹੀ ਆ। ਤੁਸੀਂ ਕਿਤੇ ਕਿਸੇ ਜਿੰਨੀ ਵੀ ਸੰਗਤ ਇੱਥੇ ਹਾਜ਼ਰ ਹੋਈ, ਕਿਸੇ ਨੇ ਕੋਈ ਨਿੰਦਿਆ ਚੁਗਲੀ ਜਾਂ ਕੋਈ ਆਪਣਾ ਵੀ ਕਿਸੇ ਕਿੰਤੂ ਪਰੰਤੂ ਕੋਈ ਕੀਤਾ ਹੀ ਨਹੀਂ। ਸੱਤ ਕਰਕੇ ਮੰਨਿਆ। ਗੁਰਸਿੱਖਾਂ ਦੀ ਇਹੀ ਮਰਿਆਦਾ ਆ ਵੀ ਸਾਨੂੰ ਇਹਦੇ ਬਾਰੇ ਨਹੀਂ ਜਾਣਕਾਰੀ, ਵੀ ਸਾਨੂੰ ਜਾਣਕਾਰੀ ਦੇ ਦਿਓ ਜੀ। ਤੇ ਉਹ ਜਾਣਕਾਰੀ ਨੂੰ ਸੱਤ ਕਰਕੇ ਮੰਨ ਲੈਣਾ। ਫਿਰ ਹੁਣ ਜਿਹੜੇ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਜੀ, ਉਹਨਾਂ ਨੂੰ ਕੌਣ ਮਨਾਊਗਾ? ਉਹਨਾਂ ਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ, ਆਪਣੇ ਕਿੱਥੋਂ ਸੁਣਨਗੇ ਉਹ? ਇਹ ਸ਼ਕਤੀ ਪੈਦਾ ਹੁੰਦੀ ਆ ਖਾਲਸੇ ਦੇ ਵਿੱਚ। ਦੇਖ ਲਓ ਕਿੱਡਾ ਜਾਹੋ ਜਲਾਲ। ਪਹਿਲਾਂ ਸਮੇਂ ਦੇ ਵਿੱਚ ਨਿਹੰਗ ਸਿੰਘ ਕੋਈ ਬਿਰਧ ਹੀ ਨਜ਼ਰ ਆਉਂਦੇ ਹੁੰਦੇ ਸੀਗੇ, ਬਜ਼ੁਰਗ ਨਿਹੰਗ ਸਿੰਘ ਨਜ਼ਰ ਆਉਂਦੇ ਸੀਗੇ, ਕੋਈ ਜਵਾਨ ਨਿਹੰਗ ਸਿੰਘ ਨਹੀਂ ਦਿਖਦੇ ਹੁੰਦੇ ਸੀ। ਅੱਜ ਦੇਖ ਲਓ ਛੋਟੇ ਛੋਟੇ ਭਜੰਗੀ, ਤੁਸੀਂ ਵੀ ਨਾਲ ਲੈ ਕੇ ਆਏ ਹੋ, ਐਡਾ ਛੋਟਾ ਭਜੰਗੀ, ਛੋਟੇ ਛੋਟੇ ਹੀ ਸੱਜ ਕੇ ਦੇਖ ਲਓ। ਇਹ ਕਾਹਦੇ ਕਰਕੇ? ਖਾਲਸੇ ਨੇ ਸਾਂਭ ਕੇ ਰੱਖੀਆਂ ਜੀ। ਖਾਲਸੇ ਨੇ ਸਾਰਾ ਆਜ਼ਾਦ ਕਰਾਇਆ। ਆਪਾਂ ਨੂੰ ਅੱਜ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਗੁਲਾਮ ਹੋ। ਗੁਲਾਮ ਗਲੂਮ ਕੋਈ ਹੋਰ ਹੀ ਹੋਣਗੇ। ਫੌਜ ਸਦਾ ਹੀ ਆਜ਼ਾਦ ਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅੱਜ ਖਾਲਸੇ ਨੇ ਪੁਰਾਣੇ ਨਿਹੰਗ ਸਿੰਘ ਵਿਚਾਰੇ, ਜਿਨ੍ਹਾਂ ਨੇ ਚੱਲ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ, ਉਹਨਾਂ ਦੀ ਕਿਰਪਾ ਦੇ ਨਾਲ ਮਹਾਰਾਜ ਵੀ ਦੱਸਦੇ, ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਸਰਬਲੋ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਦੱਸਦੇ ਆ ਮਹਾਰਾਜ, ਕਹਿੰਦੇ ਕਿਰਪਾਵੰਤ ਖਾਲਸਾ ਸਗਲ। ਕਹਿੰਦੇ ਖਾਲਸਾ ਜਿਹੜਾ ਸਾਰਾ ਆ ਨਾ, ਇਹ ਕਿਰਪਾਵੰਤ ਆ। ਜਿਹਦੇ ਤੇ ਨਜ਼ਰ ਦ੍ਰਿਸ਼ਟੀ ਕਰਦੇ, ਕਹਿੰਦੇ ਕਿਰਪਾ ਵਰਤਾ ਦਿੰਦਾ, ਕਹਿੰਦੇ ਉਹਦੇ ਤੇ। ਕਹਿੰਦੇ ਕਿਰਪਾਵੰਤ ਖਾਲਸਾ ਸਗਲ ਤੇ ਪ੍ਰਸਾਦ ਭਇਓ ਗੌਰ। ਤੇ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੇਰੇ ਤੇ ਗੌਰ ਹੋਇਆ। ਕਹਿੰਦੇ ਨਹੀਂ ਤੇ ਮੈਨੂੰ ਪਹਾੜਾਂ 'ਚ ਕੌਣ ਪੁੱਛਦਾ ਤਪੱਸਿਆ ਕਰਦੇ ਨੂੰ। ਇਹਨਾਂ ਨੂੰ ਸਾਜਣਾ ਸੀਗਾ, ਅਕਾਲ ਪੁਰਖਾਂ ਨੇ ਮੈਨੂੰ ਇਹ ਬਖਸ਼ਿਸ਼ ਕਰੀ। ਕਹਿੰਦੇ ਕਿਰਪਾਵੰਤ ਖਾਲਸਾ ਸਗਲ ਤੇ ਪ੍ਰਸਾਦ ਭਇਓ ਗੌਰ, ਨਹੀਂ ਤੇ ਮੋਹੇ ਸੇ ਰੰਕ ਅਨਾਥ ਜਗ ਭਟਕਤ ਫਿਰਤ ਕਰੋਰ। ਕਹਿੰਦੇ ਨਹੀਂ ਤੇ ਮੇਰੇ ਅਰਗੇ ਅਨਾਥ ਗਰੀਬ ਵਿਚਾਰੇ, ਕਹਿੰਦੇ ਭਟਕਦੇ ਫਿਰਦੇ ਆ। ਮੋਹੇ ਸੇ ਰੰਕ ਅਨਾਥ ਜਗ ਭਟਕਤ ਫਿਰਤ ਕਰੋਰ, ਆਨ ਸੇਵ ਨਹਿ ਸਫਲ ਕਛ ਈਤ ਊਤ ਪਰਲੋਕ, ਨਿਹਪਲ ਸੇਵਾ ਤਿਸ ਬਿਨਾ ਕਭੀ ਹਰਖ ਕਬ ਸੋਗ। ਸਰਬਲੋ ਪਾਤਸ਼ਾਹ ਦੀ ਬਾਣੀ ਦੇ ਵਿੱਚ ਖਾਲਸੇ ਦੀ ਮਹਿਮਾ ਬੜੀ ਭਾਰੀ ਮਹਿਮਾ। ਜਦੋਂ ਬਾਣੀ ਨੂੰ ਆਪਾਂ ਪੜ੍ਹ ਕੇ ਦੇਖਾਂਗੇ ਨਾ, ਫੇਰ ਆਪਾਂ ਨੂੰ ਪਤਾ ਲੱਗੂਗਾ ਵੀ ਬਾਣੀ ਸਤਿਗੁਰਾਂ ਦੀ ਆ। ਜਦੋਂ ਆਪਾਂ ਕਿਸੇ ਤੋਂ ਸੁਣ ਲਿਆ, ਉਹ ਨਾ ਭਾਈ ਇਹ ਬਾਣੀ ਦੇ ਵਿੱਚ ਮਿਲਾਵਟਾ ਪੜ੍ਹੀ ਨਾ, ਆਪਾਂ ਵੀ ਮੂਰਖਾਂ ਵਰਗੋ ਅੱਛਾ ਚੱਲ ਮੈਂ ਨਹੀਂ ਪੜ੍ਹਦਾ, ਫੇਰ ਆਪਾਂ ਨੂੰ ਕੀ ਗਿਆਨ ਹੋਣਾ? ਬਾਣੀ ਨੂੰ ਪੜ੍ਹਨਾ ਪੈਣਾ। ਜੇ ਕੋਈ ਇਹਨੂੰ ਚੈਲੰਜ ਕਰ ਰਿਹਾ, ਸਾਡਾ ਫਰਜ਼ ਇਹ ਆ ਸਿੱਖਾਂ ਦਾ ਵੀ ਅਸੀਂ ਕੁਛ ਸੋਚ ਵਿਚਾਰ ਤਾਂ ਕਰੀਏ। ਭਾਈ ਸਾਨੂੰ ਤਾਂ ਇੰਨਾ ਕੋਈ ਗਿਆਨ ਹੈ ਨਹੀਂ, ਅਸੀਂ ਕੋਈ ਪੜ੍ਹੇ ਲਿਖੇ ਤਾਂ ਇੰਨੇ ਹੈ ਨਹੀਂ ਵੀ ਸਾਨੂੰ ਤਾਂ ਕੁਛ ਪਤਾ ਨਹੀਂ, ਵੀ ਸਾਡੇ ਤੇ ਸਤਿਗੁਰੂ ਹੀ ਦਇਆ ਕਰਨ, ਉਹੀ ਸਾਨੂੰ ਬਖਸ਼ਿਸ਼ ਕਰਨ। ਇਹ ਤੁਸੀਂ ਵੱਡੇ ਹੋ ਸਾਧ ਸੰਗਤ ਜੀ। ਜਿਹੜਾ ਇਹ ਜੱਗ ਆਦ ਦਸਮ ਸਰਬਲੋ ਦੇ ਕਿਤੇ ਪਾਠ ਨਹੀਂ ਹੁੰਦੇ, ਇੱਥੇ ਬੜਾ ਭਾਰੀ ਆਦ ਦਸਮ ਸਰਬਲੋ ਤਿੰਨੇ ਦਰਬਾਰਾਂ ਦੇ ਪਾਠ ਹੋ ਰਹੇ, ਨਾਲ ਬ੍ਰਹਮ ਕਵਚ ਦੇ ਨਿਰੰਤਰ ਹੀ ਜਾਪ ਹੋਈ ਜਾਂਦੇ, ਅਖੰਡ ਜਾਪ। ਫਿਰ ਕਹਿੰਦੇ ਵੀ ਪਾਠ 1.25 ਲੱਖ ਹਵਨ ਕਰ ਜੀਤ ਜੰਗ ਤਬ ਹੋਗ। ਕਹਿੰਦੇ 1.25 ਲੱਖ ਪਾਠਾਂ ਦਾ, ਇਹਨਾਂ ਦਾ 1.25 ਲੱਖ ਪਾਠ ਹੁੰਦੇ ਹਵਨ ਕਰਕੇ, ਇਹ ਮਰਿਆਦਾ ਆ। ਕਹਿੰਦੇ ਫਿਰ ਜੰਗ ਜਿੱਤ ਜਾਂਦਾ ਆ। ਜਿਹੜਾ ਕਰਦਾ ਨਾ, ਉਹ ਜੰਗ ਜਿੱਤ ਜਾਂਦਾ। ਸਭ ਤੋਂ ਵੱਡੇ ਦੁਸ਼ਟ ਆਪਣੇ 5 ਬਕਾਰ ਹੀ ਨੇ, ਉਹੀ ਨੇ। ਕਹਿੰਦੇ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਕਹਿੰਦੇ ਕਿਹੜਾ ਸੂਰਮਾ? ਕਹਿੰਦੇ ਜਿਹਨੇ ਪੰਜਾਂ ਨੂੰ ਮਾਰਿਆ ਹੋਵੇ। ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ।
ਮਹਾਰਾਜ ਕਹਿੰਦੇ ਵੀ ਬਲੀ ਕਾਮ ਰਾਯੰ ਮਹਾ ਲੋਭ ਮੋਹੰ ਕਹੋ ਕੌਣ ਬੀਰੰਗ ਸੋ ਯਾਤੇ ਅਲੋਹੰ। ਕਿਹੜਾ ਸੂਰਮਾ ਇਹਨਾਂ ਕਾਮ ਕ੍ਰੋਧ ਵਰਗੇ ਮਗਰ ਮੱਛਾਂ ਤੋਂ ਬਚ ਕੇ ਓਹਲੇ ਹੋਇਆ ਹੋਵੇ। ਬੜੇ ਤਕੜੇ ਨੇ ਸਾਧ ਸੰਗਤ ਜੀ। ਫਿਰ ਇਹ ਬਾਣੀ ਦੇ ਮਹਾਤਮਾ ਕਹਿੰਦੇ ਉਹ ਫਿਰ ਜੀਤ ਜੰਗ ਤਬ ਹੋਗ, ਫਤਿਹ ਪ੍ਰਾਪਤ ਹੋਊਗੀ। ਕਹਿੰਦੇ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ, ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ। ਗਿਆਨ ਦੀ ਖੜਕ ਵੀ ਫੜਨੀ ਆ ਸਾਧ ਸੰਗਤ ਜੀ। ਗਿਆਨ ਹੈ ਕੀ ਵੱਢਣੀ ਮਨੋਂ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਗਿਆਨ ਖੜਕ ਫੜ ਕੇ ਬਾਕੀ ਬੜਾ ਭਾਰੀ ਮਹਾਤਮਾ ਸਾਧ ਸੰਗਤ ਜੀ। ਤੁਸੀਂ ਆਪ ਹੀ ਕਹਿੰਦੇ ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦੇਵ। ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜੁੜ ਕੇ ਤੁਹਾਨੂੰ ਕੌਣ ਉਪਦੇਸ਼ ਦੇ ਸਕਦਾ। ਇਹ ਤਾਂ ਉਪਦੇਸ਼ ਆਪਾਂ ਸਤਿਗੁਰਾਂ ਦਾ ਜਿਹੜਾ ਦਿੱਤਾ ਹੋਇਆ ਆਪਾਂ ਉਹ ਵਰਤਦੇ ਪਏ ਆ ਆਪਸ ਦੇ ਵਿੱਚ ਖਜ਼ਾਨਾ। ਕਹਿੰਦੇ ਫਿਰ ਤੋਟ ਨਾ ਆਵੇ ਵੱਧ ਤੋਂ ਜਾਈ, ਫਿਰ ਹੋਰ ਵੱਧ ਜਾਂਦਾ ਆ। ਸੋ ਸਾਰੀ ਸਾਧ ਸੰਗਤ ਨੂੰ ਇਹੀ ਬੇਨਤੀ ਆ ਵੀ ਆਪਾਂ ਨਹੀਂ ਕਦੇ ਗੁਰੂ ਸਾਹਿਬਾਂ ਦੀ ਕੋਈ ਵੀ ਮਰਿਆਦਾ ਤੇ ਸ਼ੰਕਾ ਕਰਨਾ। ਜੇ ਕੋਈ ਆਪਣੇ ਸ਼ੰਕਾ ਉੱਠ ਗਿਆ ਤਾਂ ਆਪਾਂ ਆਪਣੇ ਮੰਦੇ ਭਾਗ ਜਾਣਨੇ ਵੀ ਸਾਨੂੰ ਸ਼ੰਕਾ ਹੋ ਕਿੱਦਾਂ ਗਿਆ ਸਤਿਗੁਰਾਂ ਦੀ ਮਰਿਆਦਾ। ਇਹ ਉਹ ਸਿੰਘ ਨੇ ਜਿਨ੍ਹਾਂ ਨੇ ਦੇ ਲੋ ਸਾਰੀ ਦੁਨੀਆ ਕਹਿਣ ਲੱਗੇ ਵੀ ਇਹ ਓਲਡ ਹੋ ਗਏ ਜੀ, ਇਹ ਤਾਂ ਪੁਰਾਣਾ, ਇਹਨਾਂ ਨੂੰ ਕੋਈ ਪੜ੍ਹੇ ਲਿਖੇ ਨਹੀਂ ਹੈਗੇ, ਇਹ ਤਾਂ ਅਨਪੜ੍ਹਿਆ। ਉਹਨਾਂ ਨੇ ਇਹ ਤਾਨੇ ਦਾ ਸਹਿਲੇ, ਸਭ ਕੁਝ ਸਹਿਲਿਆ, ਪਰ ਤੇਗਾਂ ਸ਼ਸਤਰ ਬਸਤਰ ਆਪਾਂ ਨੂੰ ਆਜ਼ਾਦ ਹੀ ਰਹਿਣ ਦਿੱਤੇ। ਅੱਜ ਕੋਈ ਸਿੰਘ ਆਪਾਂ ਚਾਹੇ ਜਿੰਨੀਆਂ ਮਰਜ਼ੀ ਕਿਰਪਾਨਾਂ ਆਪਣੇ ਜਿੰਨੇ ਸਰੀਰ ਤੇ ਸ਼ਸਤਰ ਸਜਾਏ ਜਾਂਦੇ ਆਪਾਂ ਸਜਾ ਸਕਦੇ ਹਾਂ। ਕਿਸੇ ਦੀ ਜ਼ਰੂਰਤ ਨਹੀਂ, ਜਿੱਧਰ ਮਰਜ਼ੀ ਆਪਾਂ ਜਾਈਏ ਕੋਈ ਪੁੱਛ ਨਹੀਂ ਸਕਦਾ ਆਪਾਂ ਨੂੰ। ਆਲ ਇੰਡੀਆ ਦੇ ਵਿੱਚ ਨਿਹੰਗ ਸਿੰਘ ਜਿਹੜੇ ਟ੍ਰੇਨਾਂ 'ਤੇ ਚੜ੍ਹ ਜਾਂਦੇ ਆ ਬਿਨਾਂ ਕੋਈ ਟਿਕਟ ਟਕਟ ਨਹੀਂ, ਕੋਈ ਕਿਰਾਇਆ ਨਹੀਂ। ਹੁਣ ਜੇ ਆਪਣੇ ਕੋਲ ਜੇ ਕੋਈ ਖਜ਼ਾਨਾ ਬਖਸ਼ਿਆ, ਆਪਣੇ ਕੋਲ ਪੈਸੇ ਹੈ, ਆਪਾਂ ਕਹਾਂਗੇ ਅਸੀਂ ਤਾਂ ਦੇ ਦਾਂਗੇ। ਜਿਹੜੇ ਵਿਚਾਰੇ ਕੋਲੇ ਹੈ ਹੀ ਨਹੀਂ ਕੋਈ ਕਾਰੋਬਾਰ, ਉਹ ਕਿੱਥੋਂ ਦੇਊਗਾ। ਉਹਦਾ ਸਿੰਘਾਂ ਦੀ ਕੁਰਬਾਨੀ ਆ ਨਾ ਪੁਰਾਣਿਆਂ ਦੀ, ਜਿਨ੍ਹਾਂ ਨੇ ਜੰਗ ਯੁੱਧ ਵੀ ਲੜ ਲਏ। ਕਈ ਤਾਂ ਟੀਟੀ ਨੂੰ ਸੁੱਟ ਦਿੰਦੇ ਸੀਗੇ, ਚੱਲ ਭਾਈ ਥੱਲੇ ਤੋਂ। ਉਹਨਾਂ ਕਰਕੇ ਉਹ ਪੁਰਾਣਿਆਂ ਤੋਂ ਡਰਦੇ, ਕਹਿੰਦੇ ਕਿਤੇ ਇਹ ਹੁਣ ਨਾ ਸੁੱਟ ਦੇਣ ਸਾਨੂੰ। ਉਹ ਕੋਈ ਟਿਕਟ ਹੀ ਨਹੀਂ ਮੰਗਦਾ ਸਾਧ ਸੰਗਤ ਜੀ। ਹੁਣ ਦੂਰ ਦੂਰ ਦਰਸ਼ਨ ਦਿਦਾਰੇ, ਹੁਣ ਦੀਪਮਾਲਾ ਦੇ ਖਾਲਸੇ ਨੇ ਜਾਣਾ ਟ੍ਰੇਨਾਂ 'ਤੇ। ਹੁਣ ਜੇ ਕਿਰਾਏ ਲਾਉਣ ਆ ਜਾਈਏ ਸਾਡਾ ਅਸੀਂ ਕਿੱਥੋਂ ਪੈਸੇ ਦਈਏ। ਗਰੀਬ ਵਿਚਾਰੇ ਜਾਂਦੇ ਆ, ਸਾਰੇ ਗਰੀਬ ਸਿੰਘ ਬਥੇਰੇ ਨੇ। ਉਹ ਮਹਾਰਾਜ ਦੀ ਕੋਈ ਖੇਡ ਹੀ ਆ। ਇਹ ਸਿੰਘਾਂ ਨੇ ਬਚਾ ਕੇ ਰੱਖਿਆ ਸਾਰਾ ਖਜ਼ਾਨਾ ਆਪਣੇ ਲਈ। ਆਪਣਾ ਰਾਜ ਸਦਾ ਹੀ ਆ, ਸਦਾ ਕਾਇਮ ਆ ਖਾਲਸੇ ਦਾ ਰਾਜ। ਕਹਿੰਦੇ ਮਹਾਰਾਜ ਕਹਿੰਦੇ ਅਸੀਂ ਸਪਿਰਿਟ ਭਰ ਦਾਂਗੇ ਇਹਨਾਂ 'ਚ। ਘੋੜੇ ਦੇ ਕਾਠੀ ਤੇ ਬੈਠਾ ਕਹੂਗਾ ਕਹਿੰਦਾ ਮੈਂ ਬਾਦਸ਼ਾਹ ਆ। ਹੁਣ ਅੱਜ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੀ ਇਹੀ ਕਹਿੰਦੇ ਅਸੀਂ ਬਾਦਸ਼ਾਹ ਆ। ਦੱਸੋ, ਅਸੀਂ ਖੁਦ ਖੁਦਾ ਬਣਾਇਆ, ਖਾਲਸਾ ਖੁਦ ਖੁਦਾ ਹੈ। ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਬਿਨ ਸੱਚੇ ਪਾਤਸ਼ਾਹੇ। ਬਸ ਉਹ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਆਨ ਨਹੀਂ ਮੰਨਦਾ ਸਿੰਘ। ਫਿਰ ਗੁਲਾਮ ਕਿੱਦਾਂ ਹੋ ਗਿਆ। ਇਹ ਤਾਂ ਨਿਹੰਗ ਸਿੰਘ ਜਿਹੜੇ ਪੂਰੀ ਕਲਗੀਧਰ ਪਾਤਸ਼ਾਹ ਦੀ ਮਰਿਆਦਾ ਨਾ ਜਿਹੜੀ, ਉਹ ਨਿਹੰਗ ਸਿੰਘਾਂ ਜੋ ਮਿਲੂਗੀ, ਹੋਰ ਕਿਸੇ ਕਿਤੋਂ ਨਹੀਂ ਮਰਿਆਦਾ ਪ੍ਰਾਪਤ ਹੋਣੀ। ਕਦੇ ਵੀ ਸ਼ੰਕਾ ਨਹੀਂ ਸਾਧ ਸੰਗਤ ਜੀ ਗੁਰੂ ਘਰ ਦੀ ਮਰਿਆਦਾ ਤੇ ਕਰਨਾ, ਸਗੋਂ ਉਹਦੇ ਤੇ ਆਪਣਾ ਵੀ ਉਹਨੂੰ ਜਾਣਨ ਦੀ ਕੋਸ਼ਿਸ਼ ਕਰ ਲੈਣੀ ਹੈ। ਇਹ ਕਰ ਸਕਦੇ ਹਾਂ ਆਪਾਂ ਵੀ। ਜੇ ਕਿਤੇ ਸ਼ੰਕਾ ਹੋ ਗਿਆ, ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਗਿਆ, ਭਾਈ ਤੁਸੀਂ ਸਾਨੂੰ ਦੱਸ ਦੇ ਵੀ ਸਾਡਾ ਸ਼ੰਕਾ ਨਿਵਰਤ ਕਰਦੇ। ਤੁਸੀਂ ਕਹਿੰਦੇ ਹੋ ਵੀ ਬੱਕਰੇ ਜਿਹੜੇ ਵੱਢਦੇ ਆ ਉਹ ਕਿਉਂ ਵੱਢਦੇ ਹੋ ਤੁਸੀਂ। ਫਿਰ ਕਲਗੀਧਰ ਪਾਤਸ਼ਾਹ ਨਹੀਂ ਸ਼ਿਕਾਰ ਖੇਡਦੇ ਰਹੇ। ਮਹਾਰਾਜ ਆਪਣੀ ਬਾਣੀ 'ਚ ਦੱਸਦੇ ਆ, ਕਹਿੰਦੇ ਹੱਥ ਰਾਜ ਸਾਜ ਕਥਨੰ। ਸਾਡੇ ਤੇ ਜਦੋਂ ਰਾਜ ਸਾਜ ਦੀ ਜ਼ਿੰਮੇਵਾਰੀ ਆਈ, ਕਹਿੰਦੇ ਉਦੋਂ ਰਾਜ ਸਾਜ ਅਸੀਂ ਆਪਣਾ ਵਿੱਚ ਲਾਇਆ। ਕਹਿੰਦੇ ਹੱਥ ਰਾਜ ਸਾਜ ਕਥਨੰ, ਰਾਜ ਸਾਜ ਹਮ ਪਰ ਜਬ ਆਇਓ, ਜਥਾ ਸਖਤ ਤਬ ਧਰਮ ਚਲਾਇਓ। ਭਾਂਤ ਭਾਂਤ ਬਨ ਖੇਲ ਸਕਾਰਾ, ਮਾਰੇ ਰੀਛ ਰੋਜ਼ ਚੰਖਾਰਾ। ਕਹਿੰਦੇ ਬੜੇ ਰਿਛ ਮਾਰੇ, ਚੰਖਾਰੇ ਮਾਰੇ, ਸ਼ੇਰ ਮਾਰੇ, ਤਹਿ ਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਛ ਬਹੁ ਭਾਂਤ ਬਦਾਰੇ। ਉਹ ਫਿਰ ਉਹ ਸ਼ਿਕਾਰ ਖੇਡ ਕੇ ਉੱਥੇ ਥੋੜ੍ਹੀ ਉਹਨੂੰ ਰੱਖ ਕੇ ਆ ਜਾਂਦੇ ਸੀਗੇ, ਉਹਦਾ ਲਿਆਉਂਦੇ ਸੀ। ਫਿਰ ਉਹਨੂੰ ਲੰਗਰ ਦੇ ਵਿੱਚ ਉਹਨੂੰ ਡਲੇ ਤਿਆਰ ਹੁੰਦੇ ਸੀਗੇ ਜੀ ਉਹਦੇ। ਇਹ ਜਿਹੜਾ ਖਾਲਸੇ ਦਾ ਆਪਾਂ ਕੋਈ ਵੈਸ ਨੂੰ ਤਾਂ ਹੈ ਨਹੀਂ। ਆਪਾਂ ਕੱਲ੍ਹ ਆਪਣੇ ਗਿਆਨੀ ਜੀ ਦੱਸਦੇ ਪਏ ਜੀ ਕਥਾ 'ਚ, ਖਾਲਸਾ ਵੈਸ ਨੂੰ ਨਹੀਂ ਹੈ। ਖਾਲਸਾ ਦਾ ਛਤਰੀ ਆ, ਛਤਰੀ ਨੂੰ ਇਹ ਪ੍ਰਮਾਣ ਆ। ਸੋ ਸਾਧ ਸੰਗਤ ਜੀ ਬੜੇ ਵਿਚਾਰ ਕਰਦੇ ਆ, ਕਈ ਭੁੱਲਾਂ ਚੁੱਕਾਂ ਹੋ ਗਈਆਂ ਹੋਣੀਆਂ।
ਆਪ ਜੀ ਸਾਧ ਸੰਗਤ ਜੀ ਬਖਸ਼ਣ ਯੋਗ ਹੋ, ਤੁਸੀਂ ਬਖਸ਼ ਸਕਦੇ ਹੋ ਸਾਨੂੰ। ਅੱਗੇ ਤੋਂ ਸਾਡੇ ਤੇ ਕਿਰਪਾ ਹੋਰ ਕਰੋ। ਉਹ ਬਾਜ ਡਲੇ ਹੀ ਸਕਦਾ ਜੀ, ਤੁਸੀਂ ਸਕਾ ਕੇ ਦੇਖ ਲਓ, ਕੋਈ ਸਾਨੂੰ ਸਕਣਾ ਹੀ ਨਹੀਂ। ਜੇ ਕਲਗੀਧਰ ਪਾਤਸ਼ਾਹ ਬੈਸ ਨੂੰ ਹੁੰਦੇ ਕਦੀ ਵੀ ਮਾਸਾਹਾਰੀ ਨੂੰ ਨਾਲ ਨਾ ਰੱਖਦੇ ਉਹ ਆਪਣੇ ਹੱਥਾਂ ਨਾਲ ਮਹਾਰਾਜ ਛਕਾਉਂਦੇ ਰਹੇ ਬਾਜ ਨੂੰ ਡਲੇ। ਚਲੋ ਸਾਧ ਸੰਗਤ ਜੀ, ਬੇਨਤੀਆਂ ਕਰਦੇ ਆ, ਨੇਕਾਂ ਭੁੱਲਾਂ ਹੋ ਗਈਆਂ ਹੋਣੀਆਂ ਆ, ਖਿਮਾ ਕਰਿਓ ਤੇ ਆਪਾਂ ਲਾਹਾ ਪ੍ਰਾਪਤ ਕਰੀਏ ਵੱਡੇ ਜੱਗ ਦੇ ਵਿੱਚ। ਅੱਗੇ ਤੋਂ ਜ਼ਰੂਰ ਆਪਾਂ ਮਰਿਆਦਾ ਪੂਰਨ ਕਰੀਏ ਵੀ ਜਿਹੜੇ ਤਿਲਕ ਦਿੱਤੇ ਜਾਣ ਸ਼ਸਤਰਾਂ ਨੂੰ। ਬਾਕੀ ਕੋਈ ਸ਼ੰਕਾ ਹੋ ਜੇ, ਗਿਆਨੀ ਇੰਦਰਜੀਤ ਸਿੰਘ ਮਹਾਂਪੁਰਖਾਂ ਨੇ ਸਾਰਾ ਵਰਣਨ ਕੀਤਾ, ਉਹਨਾਂ ਦੇ ਛੋਟੇ ਛੋਟੇ ਕਲਿੱਪ YouTube ਤੇ ਪਾਏ ਹੋਏ ਆ। ਉਹ ਸੁੱਖੇ ਬਾਰੇ ਵੀ ਦੱਸਦੇ ਆ, ਦੇ ਲੋ ਭਿੰਡਰਾਂ ਵਾਲੇ ਨੇ ਉਹ। ਪਰ ਗੱਲ ਹੁੰਦੀ ਆ ਜਿਹੜੀ ਮਹਾਰਾਜ ਨੂੰ ਮੰਨਣ ਦੀ ਸੁੱਧ, ਵੀ ਮੈਂ ਪੂਰੀ ਮਰਿਆਦਾ ਤੇ ਚੱਲਣਾ। ਜੋ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਉਹਨੂੰ ਝੂਠਾ ਨਹੀਂ ਨਾ ਆਪਾਂ ਕਰ ਸਕਦੇ। ਜੇ ਸਾਡੀ ਜਥੇਬੰਦੀ ਦੀ ਮਰਿਆਦਾ ਨਹੀਂ ਹੈਗੀ, ਅਸੀਂ ਕਹਿੰਦੇ ਆ ਇਹ ਮਰਿਆਦਾ ਹੀ ਹੈ ਨਹੀਂ, ਇਹ ਨਹੀਂ ਕਹਿਣਾ ਚਾਹੀਦਾ। ਉਹਨਾਂ ਨੇ ਦੇਗ ਦੇ ਬਾਰੇ ਵੀ ਸਾਰਾ ਪ੍ਰਸੰਗ ਦੱਸਿਆ, ਝਟਕੇ ਬਾਰੇ ਵੀ ਦੱਸਿਆ ਵੀ ਕੌਣ ਹੱਕਦਾਰ ਕੌਣ ਨਹੀਂ ਹੱਕਦਾਰ। ਜੇ ਡਲੇ ਸਕਣੇ ਆਪਾਂ ਦਾ ਸਾਧ ਸੰਗਤ ਜੀ ਸਿਰ ਪਹਿਲਾਂ ਹੀ ਦੇਈ ਬੈਠੇ ਆ ਸਤਿਗੁਰਾਂ ਨੂੰ, ਹੁਣ ਕਿਹੜਾ ਸਿਰ ਨਵਾਂ ਦੇਣਾ ਆ। ਜੇ ਕਹਿੰਦੇ ਸੂਰਮਾ, ਜਿਹੜਾ ਸੂਰਮਾ ਆ ਜਿਹਨੇ ਸਿਰ ਦੇਣਾ ਆ ਨਾ, ਡਲੇ ਵੀ ਉਹੀ ਛਕ ਸਕਦਾ। ਇਹ ਨਹੀਂ ਆਪਾਂ ਹੁਣ ਛਕੀ ਜਾਂਦੇ ਆ, ਜਦੋਂ ਕੋਈ ਪੰਥ ਤੇ ਕੋਈ ਵਿਪਤਾ ਆ ਗਈ ਫਿਰ ਆਪਾਂ ਤੂੜੀ ਵਾਲੇ ਅੰਦਰ ਲੁਕਦੇ ਫਿਰੀਏ। ਉਹਨੂੰ ਸਕੰਦਾ, ਉਹ ਸਕੰਦਾ ਹੱਕਦਾਰ ਨਹੀਂ ਹੈ। ਫਿਰ ਕੀ ਆ, ਆਪਣੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ, ਕਹਿੰਦੇ ਮਰੋ ਤਾਂ ਹਰ ਕੈ ਦੁਆਰ। ਭਾਗਾਂ ਵਾਲੇ ਹੀ ਹੋਵਾਂਗੇ ਜੇ ਉਹਨਾਂ ਦੇ ਦੁਆਰੇ ਤੇ ਮਰ ਜਾਾਂਗੇ। ਠੀਕ ਆ ਸਾਧ ਸੰਗਤ ਜੀ, ਬੇਨਤੀਆਂ ਕਰਦੇ ਆ, ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਤਾਰੀਖ ਜਾਵੇ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਭਾਵੇਂ ਨਿਹਾਲ ਜਾਵੇ। ਸਤਿ ਸ੍ਰੀ ਅਕਾਲ। ਇੱਕ ਸਵੇਰੇ 6 ਵਜੇ ਭੋਗ ਹੈ ਜੀ, ਸਾਰਿਆਂ ਨੇ ਦਰਸ਼ਨ ਦੇਣੇ। ਆਪਾਂ ਅੰਮ੍ਰਿਤ ਵੇਲੇ ਟਾਈਮ ਨਾਲ ਹੀ ਭੋਗ ਪਾ ਲੈਣਾ ਜੀ। ਇੱਧਰ ਸਾਰਿਆਂ ਨੇ ਦਰਸ਼ਨ ਦੇਣੇ ਜੀ।